ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ। ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ।
ਰਾਇਸਾ ਪਿਆਰੇ ਕਾ ਰਾਇਸਾ, ਜਿਤ ਸਦਾ ਸੁਖ ਹੋਈ। ਜਿਨ ਕੀਆ ਤਿਨ ਦੇਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲ ਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ, ਤਖਤ ਛਤਰ ਚਬਰ ਦੇ ਮਾਲਿਕ ਸਤਿਗੁਰੂ। ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਿੰਘ ਜੀ ਦੇ ਚਰਨਾਂ ਵਿੱਚ ਬੈਠ ਕੇ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕੰਧਾਰ ਦੇ ਇਲਾਕੇ ਵਿੱਚ ਪਹੁੰਚੇ ਸਨ, ਇੱਕ ਨਗਰ ਤੋਂ ਬਾਹਰ ਵਾਰ ਮਹਾਰਾਜ ਸਾਹਿਬ ਜੀ ਨੇ ਆਪਣਾ ਡੇਰਾ ਕੀਤਾ। ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ। ਜਿੱਥੇ ਗਰੀਬ ਨਵਾਜ ਸਤਿਗੁਰੂ ਜੀ ਬੈਠੇ ਉੱਥੇ ਉਜਾੜ ਵਾਲੀ ਥਾਂ ਸੀ, ਕੋਈ ਜਗ੍ਹਾ ਵੀ ਉੱਥੇ ਸਾਫ਼ ਨਹੀਂ ਸੀ। ਉਸ ਬਾਬਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਕੋਈ ਉੱਥੋਂ ਅਯਾਲੀ ਲੰਘਦਾ ਪਿਆ, ਆ ਜਿਹੜੀ ਪਸ਼ੂਆਂ ਨੂੰ ਚਾਰਨ ਵਾਲਾ ਭੇਡਾਂ ਤੇ ਬੱਕਰੀਆਂ ਨੂੰ ਚਾਰਦਾ ਪਿਆ ਸੀਗਾ। ਉਸ ਨੇ ਦੇਖ ਕੇ ਮਨ ਵਿੱਚ ਸ਼ੰਕਾ ਕੀਤਾ ਕਿ ਉਜਾੜ ਵਿੱਚ ਬੈਠੇ ਹੋ ਸਕਦਾ ਕੋਈ ਫਕੀਰਾਂ ਦੇ ਲਿਬਾਸ ਦੇ ਵਿੱਚ ਚੋਰ ਨਾ ਇੱਥੇ ਬੈਠੇ ਹੋਣ। ਉਹ ਨੇੜੇ ਆ ਕੇ ਪੁੱਛਦਾ ਕਿ ਲਿਬਾਸ ਤੇ ਤੁਹਾਡਾ ਫਕੀਰਾਂ ਵਾਲਾ ਹੈ, ਪਰ ਇੱਥੇ ਉਜਾੜ ਵਿੱਚ ਬੈਠਣ ਦਾ ਕਾਰਨ ਕੀ ਹੈ? ਜੇ ਤੁਸੀਂ ਫਕੀਰ ਹੁੰਦੇ ਤੇ ਫਿਰ ਨਗਰ ਵਿੱਚ ਜਾ ਕੇ ਕੁਝ ਲੰਗਰ ਪ੍ਰਸ਼ਾਦ ਮੰਗ ਕਰਕੇ ਛਕਦੇ, ਕਿਸੇ ਤੋਂ ਜਾ ਕਰਕੇ ਕੋਈ ਪਦਾਰਥ ਲੈ ਲੈਂਦੇ, ਕੋਈ ਵਸਤੂ ਪ੍ਰਾਪਤ ਕਰ ਲੈਂਦੇ। ਪਰ ਮੈਨੂੰ ਤੁਸੀਂ ਫਕੀਰ ਨਹੀਂ ਜਾਪਦੇ। ਮੈਨੂੰ ਇਉਂ ਪ੍ਰਤੀਤ ਹੁੰਦਾ ਕਿ ਤੁਸੀਂ ਕੋਈ ਚੋਰ ਬੈਠੇ ਹੋਏ ਤੇ ਉਜਾੜ ਦੇ ਵਿੱਚ। ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ ਕਿ ਅਸੀਂ ਤੇਰਾ ਕੁਝ ਵਿਗਾੜਿਆ ਤਾਂ ਨਹੀਂ ਨਾ ਜੇ ਉਜਾੜ ਵਿੱਚ ਬੈਠੇ ਹਾਂ? ਤੇ ਕਹਿਣ ਲੱਗਾ ਜੀ ਨਹੀਂ ਵਿਗਾੜਿਆ ਤੇ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਫਿਰ ਤੈਨੂੰ ਅਸੀਂ ਕਿਸ ਪਾਸਿਓਂ ਚੋਰ ਲੱਗਦੇ ਹਾਂ? ਕਿਵੇਂ ਤੂੰ ਕਹਿੰਦਾ ਕਿ ਇੱਥੇ ਅਸੀਂ ਚੋਰ ਬੈਠੇ ਉਜਾੜ ਦੇ ਵਿੱਚ? ਤੇਰਾ ਕਿਹੜਾ ਅਸੀਂ ਕੁਝ ਵਿਗਾੜਿਆ? ਤੇ ਜਦੋਂ ਇਹ ਬਚਨ ਮਹਾਰਾਜ ਸਾਹਿਬ ਜੀ ਨੇ ਕੀਤਾ, ਜਿਹੜੀਆਂ ਉਹਦੀਆਂ ਭੇਡਾਂ ਤੇ ਬੱਕਰੀਆਂ ਸਨ ਸਾਰੀਆਂ ਮਰ ਗਈਆਂ, ਉਸੇ ਸਮੇਂ ਧਰਤੀ ਤੇ ਡਿੱਗ ਪਈਆਂ। ਦੇਖ ਕੇ ਬੜਾ ਹੈਰਾਨ ਹੋਇਆ। ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਮੈਂ ਅਵੱਗਿਆ ਕਰ ਲਈ ਹੈ, ਆਪ ਕਿਰਪਾ ਕਰਕੇ ਮੇਰੀ ਭੁੱਲ ਨੂੰ ਬਖਸ਼ੋ। ਤੋ ਫਿਰ ਕਹਿਣ ਲੱਗੇ ਕਿ ਪ੍ਰਮਾਤਮਾ ਦਾ ਨਾਮ ਜਪ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਾਇਆ, ਉਸੇ ਸਮੇਂ ਉਹਦੀਆਂ ਭੇਡਾਂ ਤੇ ਬੱਕਰੀਆਂ ਫਿਰ ਖਲੋ ਗਈਆਂ ਸਨ, ਜੀਵਤ ਹੋ ਗਈਆਂ। ਇੰਨੇ ਸਮੇਂ ਨੇ ਇੱਕ ਪਠਾਨ ਆਇਆ, ਉਹਨੇ ਆ ਕੇ ਨਮਸਕਾਰ ਕੀਤੀ। ਕੋਈ ਫਕੀਰ ਇੱਥੇ ਬੈਠੇ ਹੋ ਜਾਪਦੇ ਹਨ। ਬੜੇ ਅਦਬ ਦੇ ਨਾਲ ਉਹਨੇ ਆ ਕੇ ਨਮਸਕਾਰ ਕੀਤੀ। ਕਹਿਣ ਲੱਗਾ ਕਿ ਤੁਸੀਂ ਕੌਣ ਹੋ?
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਨਿਰੰਕਾਰੀ ਸਾਡਾ ਨਾਮ ਹੈ, ਇੱਥੇ ਕਿਉਂ ਬੈਠੇ ਹੋ? ਕਹਿਣ ਲੱਗੇ ਅਸੀਂ ਨਗਰ ਦੇ ਵਿੱਚ ਕਿਸੇ ਨੂੰ ਮਿਲਣਾ ਹੈ, ਇਸ ਕਰਕੇ ਇੱਥੇ ਵਾਰ-ਵਾਰ ਅਸੀਂ ਬੈਠੇ ਹਾਂ। ਤੇ ਉਹ ਪਠਾਨ ਕਹਿੰਦਾ ਜੀ ਨਗਰ ਵਿੱਚ ਮਿਲਣਾ ਹੈ ਤੇ ਜਾਓ, ਉੱਥੇ ਜਾ ਕੇ ਮਿਲ ਲਓ। ਜੇ ਇੱਥੇ ਨਗਰ ਵਿੱਚ ਤੁਹਾਨੂੰ ਕੋਈ ਸਿਆਣਦਾ ਨਹੀਂ ਤੇ ਆਪ ਕਿਵੇਂ ਤੁਹਾਨੂੰ ਕੋਈ ਆ ਕੇ ਮਿਲੇਗਾ? ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਹਦਾ ਸਾਧ ਸੰਗਤ ਜੀ ਨਾਮ ਹੀ ਦੱਸਿਆ। ਕਹਿਣ ਲੱਗੀ ਸਾਡਾ ਪਿਆਰ ਵਾਲਾ ਇੱਕ ਸਿੱਖ ਇੱਥੇ ਰਹਿੰਦਾ ਹੈ, ਪੂਰਬਲੇ ਜਨਮਾਂ ਦੀ ਭਗਤੀ ਦਾ ਫਲ ਉਸ ਨੂੰ ਦੇਣਾ ਹੈ। ਲੰਬੇਰੇ ਸਮੇਂ ਤੋਂ ਕਿੰਨੇ ਜਨਮਾਂ ਤੋਂ ਭਗਤੀ ਕਰਦਾ ਆ ਰਿਹਾ ਹੈ, ਹੁਣ ਕੇਵਲ ਸਾਡੇ ਮਿਲਾਪ ਦੀ ਲੋੜ ਹੈ। ਉਸ ਨੂੰ ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰਕੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਪਹੁੰਚਾਉਣਾ ਹੈ। ਸੱਚੇ ਪਾਤਸ਼ਾਹ ਜੀ ਦਾ ਜਦੋਂ ਬਚਨ ਸੁਣਿਆ ਕਹਿਣ ਲੱਗਾ ਕੌਣ ਹੈ? ਮਹਾਰਾਜ ਉਹਦਾ ਨਾਮ ਕੀ ਹੈ? ਹਜੂਰ ਕਹਿਣ ਲੱਗੇ ਕਿ ਮਾਨਕ ਚੰਦ ਉਹਦਾ ਨਾਮ ਹੈ। ਔਰ ਜਦੋਂ ਇਹ ਵਚਨ ਸੁਣਿਆ ਫਿਰ ਉਹ ਨਗਰ ਦੇ ਵਿੱਚ ਪਠਾਨ ਗਿਆ ਤੇ ਉਸ ਨੂੰ ਜਾ ਕਰਕੇ ਕਹਿਣ ਲੱਗਾ ਭਾਈ ਮੈਂ 3 ਫਕੀਰ ਲਿਬਾਸ ਦੇ ਵਿੱਚ ਕੁਝ ਮਨੁੱਖਾਂ ਨੂੰ ਦੇਖਿਆ, ਕੋਈ ਦਰਵੇਸ਼ ਮੈਨੂੰ ਜਾਪਦੇ, ਚਿਹਰੇ ਦਾ ਬੜਾ ਉਹਨਾਂ ਦਾ ਪ੍ਰਤਾਪ ਸੀਗਾ। ਜਦੋਂ ਉਹਨਾਂ ਦੇ ਨਾਲ ਮੈਂ ਮਿਲਾਪ ਕੀਤਾ, ਮਿਲਿਆ, ਉਹਨਾਂ ਦੇ ਨਾਲ ਬਚਨ ਬਿਲਾਸ ਕੀਤੇ, ਪੁੱਛਿਆ ਕੌਣ ਹੋ, ਕਿਉਂ ਬੈਠੇ ਹੋ? ਉਹਨਾਂ ਨੇ ਤੇਰੇ ਬਾਬਤ ਮੈਨੂੰ ਦੱਸਿਆ, ਤੇਰਾ ਨਾਮ ਉਹਨਾਂ ਨੇ ਦਰਸਾਇਆ ਸੀਗਾ। ਪਰ ਕਹਿੰਦੇ ਸੀ ਨਗਰ ਵਿੱਚ ਨਹੀਂ ਮਿਲਣ ਜਾਣਾ, ਸਾਨੂੰ ਆਪ ਹੀ ਖੁਦ ਉਹਨੇ ਆਪ ਆ ਕੇ ਕਰਕੇ ਮਿਲਣਾ। ਕਹਿੰਦਾ ਜੀ ਮੈਂ ਉਹਨਾਂ ਨੂੰ ਜਾਣਦਾ ਨਹੀਂ, ਮੈਂ ਨਾਮ ਵੀ ਪਹਿਲੀ ਵਾਰ ਸੁਣਿਆ ਤੇ ਮੈਂ ਭਲਾ ਕਿਉਂ ਉਹਨਾਂ ਨੂੰ ਜਾ ਕੇ ਮਿਲ ਸਕਦਾ? ਤਾਂ ਅੱਗੋਂ ਪਠਾਨ ਕਹਿੰਦਾ ਕਿ ਦਰਸ਼ਨ ਕਰਨ ਦੇ ਨਾਲ ਤੇਰਾ ਕੁਝ ਘਟਦਾ ਨਹੀਂ ਨਾ ਚੱਲਿਆ, ਮੈਨੂੰ ਦਰਵੇਸ਼ ਜਾਪਦੇ ਆ, ਜਾ ਉਹਨਾਂ ਦੇ ਜਾ ਕੇ ਦਰਸ਼ਨ ਕਰਕੇ ਆ। ਫਿਰ ਸਾਧ ਸੰਗਤ ਜੀ ਆਪਣੇ ਹੱਥਾਂ ਵਿੱਚ ਥਾਲ ਦੇ, ਉਹਦੇ ਵਿੱਚ ਕੁਝ ਮਿਸ਼ਟਾਨ ਪਦਾਰਥ ਰੱਖੇ, ਭੇਟਾ ਰੱਖੀ ਹੈ ਤੇ ਸਤਿਗੁਰੂ ਜੀ ਦੇ ਕੋਲ ਆ ਕੇ ਮਹਾਰਾਜ ਸਾਹਿਬ ਜੀ ਦੇ ਕੋਲ ਆਇਆ, ਨਮਸਕਾਰ ਕੀਤੀ। ਹਜੂਰ ਨੇ ਸੁਖ ਸ਼ਾਂਤੀ ਪੁੱਛੀ ਹੈ। ਫਿਰ ਸਤਿਗੁਰੂ ਜੀ ਦੇ ਪਾਸ ਬੈਠ ਗਿਆ। ਕਹਿਣ ਲੱਗਾ ਮਹਾਰਾਜ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ? ਮੈਂ ਤਾਂ ਪਹਿਲੀ ਵਾਰ ਤੁਹਾਡੇ ਨਾਲ ਮਿਲਿਆ, ਪਹਿਲੀ ਵਾਰ ਆਪ ਜੀ ਦੇ ਦਰਸ਼ਨ ਮੈਨੂੰ ਹੋਏ ਹੈ, ਪਰ ਮੈਨੂੰ ਤੁਸੀਂ ਕਿਵੇਂ ਜਾਣਦੇ ਹੋ? ਅੰਤਰਜਾਮੀ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਪੂਰਬਲੇ ਜਨਮਾਂ ਦੀ ਤੂੰ ਭਗਤੀ ਕਰਦਾ ਪਿਆ, ਲੰਬੇਰੇ ਸਮੇਂ ਤੋਂ ਤੂੰ ਭਗਤੀ ਕਰਦਾ ਆ ਰਿਹਾ ਹੈ, ਕੇਵਲ ਹੁਣ ਸਾਡੇ ਮਿਲਾਪ ਦੀ ਲੋੜ ਸੀ, ਹੁਣ ਤੈਨੂੰ ਉਪਦੇਸ਼ ਦੇ ਕਰਕੇ ਸੰਸਾਰ ਦੇ ਮਾਇਆ ਦੇ ਮੋਹ ਮਮਤਾ ਤੇ ਬੰਧਨਾਂ ਤੋਂ ਆਜ਼ਾਦ ਕਰਾ ਦੇਣਾ ਹੈ। ਜਦੋਂ ਹਜੂਰ ਦੇ ਹੱਥਾਂ ਵਿੱਚ ਉਸ ਸਮੇਂ ਇੱਕ ਡੰਡਾ ਫੜਿਆ ਹੋਇਆ ਸੀ, ਇਤਿਹਾਸ ਵਿੱਚ ਬਚਨ ਆਉਂਦੇ ਆ, ਮਹਾਰਾਜ ਸਾਹਿਬ ਜੀ ਨੇ ਉਹ ਡੰਡਾ ਉਹਦੇ ਸੀਸ ਦੇ ਉੱਪਰ ਰੱਖਿਆ। ਸਾਧ ਸੰਗਤ ਜੀ ਉਸ ਨੂੰ ਪਿਛਲੇ ਜਨਮਾਂ ਦੇ ਵੀ ਸੋਝੀ ਆ ਗਈ, ਉਹਦੇ ਕਿਵਾੜ ਖੁੱਲ ਗਏ। ਮਹਾਰਾਜ ਸਾਹਿਬ ਜੀ ਦਾ ਐਸਾ ਕੌਤਕ ਵਰਤਿਆ। ਫਿਰ ਅਡੋਲ ਚੌਂਕੜਾ ਲਾ ਕੇ ਸੱਚੇ ਪਾਤਸ਼ਾਹ ਦੇ ਪਾਸ ਬੈਠ ਗਿਆ, ਹੱਥ ਜੋੜ ਕੇ ਜਾਚਨਾ ਕੀਤੀ, ਮਹਾਰਾਜ ਮੈਨੂੰ ਉਪਦੇਸ਼ ਬਖਸ਼ੋ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੀ ਜਾਚਨਾ ਕਰਦਾ ਹੋਇਆ ਜਾਣ ਕੇ ਤਿਲੰਗ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਔਰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਨਿਹਾਲ ਕਰ ਦਿੱਤਾ। ਜਿਸ ਪਾਵਨ ਸ਼ਬਦ ਦੇ ਅੱਜ ਵਿਚਾਰ ਆ ਰਹੀ ਹੈ, ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਕੰਧਾਰ ਦੇ ਇਲਾਕੇ ਵਿੱਚ ਉਚਾਰਨ ਕੀਤਾ ਸੀ। ਤੋ ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਬੈਠ ਕੇ ਪਾਵਨ ਸ਼ਬਦ ਦੇ ਵਿਚਾਰ ਨਾਲ ਜੁੜੀਏ, ਜਿਵੇਂ ਗਰੀਬ ਨਵਾਜ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਆ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ ਘਰ ਦੂਜਾ। ਤਿਲੰਗ ਰਾਗ ਹੈ ਜਗਤ ਦੇ ਸਾਂਝੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੂਜੇ ਘਰ ਸੁਰਤਾਲ ਦੇ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹੈ।
ਜਦੋਂ ਰਾਗੀ ਸਿੰਘ ਇਹ ਸ਼ਬਦ ਨੂੰ ਗਾਉਂਦੇ ਹਨ ਸਾਜ਼ਾਂ ਦੇ ਨਾਲ, ਦੂਸਰੇ ਘਰ ਸੁਰ ਤਾਲ ਦੇ ਵਿੱਚ ਗਾਇਆ ਜਾਂਦਾ ਹੈ। ਇੱਕ ਓੰਕਾਰ, ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਸਰੂਪ ਹੈ ਜੋ ਸਰਬ ਦਾ ਪ੍ਰਕਾਸ਼ਕ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਦੇਸ਼ ਕਾਲ ਵਸਤੂ ਤੋਂ ਰਹਿਤ ਪ੍ਰਮਾਤਮਾ ਦਾ ਸਰੂਪ ਹੈ। ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਇੱਕ ਪਰਮੇਸ਼ਰ ਹੈ। ਸਤਿਗੁਰ ਪ੍ਰਸਾਦ, ਸਦੀਵੀ ਕਾਲ ਸਤ ਸੱਚਾ ਹੈ। ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮਾਤਮਾ ਮਿਲਦਾ ਹੈ। ਜਿਨ ਕੀਆ ਤਿਨ ਦੇਖਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਜਿਸ ਅਕਾਲ ਪੁਰਖ ਪਰਮਾਤਮਾ ਨੇ ਜਗਤ ਨੂੰ ਪੈਦਾ ਕੀਤਾ ਹੈ, ਉਹ ਪਰਮਾਤਮਾ ਪਹਿਲਾਂ ਵੀ ਜੀਵਾਂ ਨੂੰ ਆਪ ਹੀ ਦੇਖਦਾ ਸੀ, ਭਾਵ ਦੇਖ ਰੇਖ ਕਰਦਾ ਸੀ, ਪਰਵਰਿਸ਼ ਕਰਦਾ ਸੀ। ਹੁਣ ਵੀ ਪਰਮਾਤਮਾ ਸਭ ਜੀਵਾਂ ਦੀ ਦੇਖ ਰੇਖ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਮਾਤਮਾ ਹੀ ਸਭ ਜੀਵਾਂ ਦੀ ਦੇਖ ਰੇਖ ਕਰੇਗਾ, ਪਰਵਰਿਸ਼ ਕਰੇਗਾ। ਐਸਾ ਉਸ ਪਰਮਾਤਮਾ ਦਾ ਸਰੂਪ ਹੈ। ਕਿਆ ਕਹੀਐ ਰੇ ਭਾਈ। हे ਭਾਈ ਜਨੋ, ਕੀ ਕਹਿਆ ਜਾ ਸਕਦਾ ਹੈ ਪਰਮਾਤਮਾ ਦੇ ਪਰਥਾਏ। ਕਿਹੜੀ ਸ਼ਕਤੀ ਹੈ ਜਿਹੜੀ ਸੰਸਾਰ ਦੇ ਜੀਵਾਂ ਨੂੰ ਆਪ ਹੀ ਪੈਦਾ ਕਰਦੀ ਹੈ, ਆਪ ਹੀ ਜੀਵਾਂ ਦੀ ਦੇਖ ਰੇਖ ਕਰਦੀ ਹੈ। ਕਿਆ ਕਹੀਏ ਰੇ ਭਾਈ। हे ਭਾਈ, ਕੀ ਕਹਿਆ ਜਾ ਸਕਦਾ ਪਰਮਾਤਮਾ ਦੀ ਹੈਰਾਨੀ ਜਗਤ ਕੋ ਲੀਲਾ ਦੇਖ ਕਰਕੇ। ਪਤਾ ਨਹੀਂ ਕਿਹੜੇ ਕਿਹੜੇ ਢੰਗਾਂ ਦੇ ਨਾਲ ਪਰਮਾਤਮਾ ਕਿਵੇਂ ਸੰਸਾਰ ਦੇ ਜੀਵਾਂ ਦੀ ਉਤਪਤੀ ਕਰਦਾ ਹੈ। ਫਿਰ ਰੰਗ ਬਰੰਗੇ ਤਰ੍ਹਾਂ ਤਰ੍ਹਾਂ ਦੇ ਸੁਭਾਵਾਂ ਦੇ ਜੀਵ ਪਰਮਾਤਮਾ ਪੈਦਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੁਝ ਕਹਿਆ ਨਹੀਂ ਜਾ ਸਕਦਾ। ਕਿੰਨੀਆਂ ਜਾਤੀਆਂ ਵਿਜਾਤੀਆਂ, ਕਿੰਨੇ ਭੇਦ, ਕਿੰਨੇ ਰੰਗ, ਕਿੰਨੇ ਨਾਮ, ਵੱਖੋ ਵੱਖਰੇ ਪਰਮਾਤਮਾ ਨੇ, ਭਿੰਨ ਭਿੰਨ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਹੈ। ਇੱਕ ਜੀਵ ਦਾ ਦੂਜੇ ਜੀਵ ਦੇ ਨਾਲ ਸੁਭਾਅ ਨਹੀਂ ਮਿਲਦਾ। ਜੇ ਸੁਭਾਅ ਮਿਲਦਾ ਹੈ ਤੇ ਰੂਪ ਨਹੀਂ ਮਿਲਦਾ। ਜੇ ਰੂਪ ਮਿਲਦਾ ਹੈ ਤੇ ਕੱਦ ਕਾਠ ਨਹੀਂ ਮਿਲਦਾ। ਥੋੜਾ ਥੋੜਾ ਪਰਮਾਤਮਾ ਨੇ ਕੋਈ ਨਾ ਕੋਈ ਫਰਕ ਸਭ ਜੀਵਾਂ ਵਿੱਚ ਪਾ ਦਿੱਤਾ ਹੈ। ਸਤਿਗੁਰੂ ਜੀ ਦਾ ਬਚਨ ਆਉਂਦਾ ਨਾ, ਕੋਈ ਨਾ ਕਿਸੇ ਹੀ ਜਿਹਾ, ਕੋਈ ਕਿਸੇ ਵਰਗਾ ਪਰਮਾਤਮਾ ਨੇ ਪੈਦਾ ਨਹੀਂ ਕੀਤਾ। ਮਨੁੱਖ ਕਈ ਵਾਰ ਸੁਭਾਵਕ ਹੀ ਬਚਨ ਕਰਦਾ ਹੈ ਕਿ ਫਲਾਣਾ ਬੰਦਾ ਮੈਨੂੰ ਇਹ ਫਲਾਣੇ ਬੰਦੇ ਵਰਗਾ ਜਾਪਦਾ, ਪਰ ਇਹ ਨਹੀਂ ਦਾਅਵਾ ਕਰਦਾ ਕਿ ਉਹ ਹੀ ਹੈ। ਕਈ ਵਾਰ ਸਾਧ ਸੰਗਤ ਜੀ ਸ਼ਕਲ ਤੋਂ ਮਨੁੱਖ ਜਾਪਦਾ, ਪ੍ਰਤੀਤ ਹੁੰਦਾ, ਭੁਲੇਖਾ ਲੱਗ ਜਾਂਦਾ, ਪਰ ਦਾਅਵਾ ਨਹੀਂ ਕਦੇ ਕਰ ਸਕਦਾ ਕਿ ਹਾਂ ਇਹ ਉਹ ਹੀ ਹੈ ਜਿਸ ਦੀ ਮੈਂ ਗੱਲ ਕਰਦਾ ਪਿਆ ਸਾਂ। ਹੋਰ ਤਾਂ ਦੂਰ ਦੀ ਗੱਲ ਹੈ, ਹੱਥਾਂ ਦੀਆਂ ਰੇਖਾਵਾਂ ਹੀ ਨਹੀਂ ਸਾਧ ਸੰਗਤ ਜੀ ਮਿਲਦੀ ਹੈ। ਆਧਾਰ ਕਾਰਡ ਦਾ ਤਾਂ ਹੀ ਸਾਧ ਸੰਗਤ ਜੀ ਅੱਜ ਜਿਵੇਂ ਪ੍ਰੂਫ ਦੇ ਵਾਸਤੇ ਸਭ ਥਾਵਾਂ ਤੇ ਆਧਾਰ ਕਾਰਡ ਦੀ ਕਿਉਂ ਵਰਤੋਂ ਕੀਤੀ ਜਾਂਦੀ ਹੈ। ਅੰਗੂਠੇ ਦੀਆਂ ਰੇਖਾਵਾਂ ਨੇ ਇੱਕ ਦੀਆਂ ਦੂਜੇ ਜੀਵ ਦੇ ਨਾਲ ਮਿਲਦੀਆਂ। ਥੋੜਾ ਥੋੜਾ ਪਰਮਾਤਮਾ ਨੇ ਇਹਨਾਂ ਦੇ ਵਿੱਚ ਵੀ ਫਰਕ ਪਾਇਆ ਹੋਇਆ ਹੈ। ਇੱਕ ਅੰਗੂਠਾ ਲਾਵੇ ਦੂਜੇ ਨੇ ਮਿਲਦੀ, ਦੂਜੇ ਦੀ ਤੀਜੇ ਨਾਲ ਨਹੀਂ ਮਿਲਦੀ। ਤੋ ਇਸ ਕਰਕੇ ਮਹਾਰਾਜ ਕਹਿੰਦੇ, ਕਿਆ ਕਹੀਏ ਰੇ ਭਾਈ। ਕੀ ਕਹਿਆ ਜਾ ਸਕਦਾ? ਕੀ ਕੋਈ ਦਾਅਵਾ ਕਰ ਸਕਦਾ? ਨਹੀਂ, ਪਰਮਾਤਮਾ ਦੇ ਅੱਗੇ ਕੋਈ ਦਾਅਵਾ ਨਹੀਂ ਕਰ ਸਕਦਾ। ਜਿਸ ਪ੍ਰਮਾਤਮਾ ਨੇ ਪੈਦਾ ਕੀਤਾ, ਆਪ ਹੀ ਸਭ ਦੀ ਦੇਖ ਰੇਖ ਕਰਦਾ ਪਿਆ। ਕਿਆ ਕਹੀਏ ਰੇ ਭਾਈ। ਅਥਵਾ ਕੀ ਕੋਈ ਕਹੇਗਾ ਕਿ ਪ੍ਰਮਾਤਮਾ ਜੀਵਾਂ ਨੂੰ ਪੈਦਾ ਕਰਕੇ ਭੁੱਖੇ ਮਾਰ ਦਿੰਦਾ? ਨਹੀਂ, ਜਿਨ ਕੀਆ ਤਿਨ ਦੇਖਿਆ। ਜਿਸ ਪ੍ਰਮਾਤਮਾ ਨੇ ਜਿੱਥੇ ਜਿੱਥੇ ਜੀਵਾਂ ਨੂੰ ਪੈਦਾ ਕੀਤਾ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗਿਆ ਕਰ ਧਰਿਆ। ਉਹ ਤਾਂ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਭੁੱਖੇ ਨਹੀਂ ਮਾਰਦਾ, ਉੱਥੇ ਵੀ ਉਹਨਾਂ ਨੂੰ ਆਹਾਰ ਦਿੰਦਾ ਹੈ। ਕਿਆ ਕਹੀਏ ਰੇ ਭਾਈ। ਹੈ ਜੀਵ, ਕੀ ਪਰਮਾਤਮਾ ਦੇ ਪ੍ਰਥਾਏ ਕਹਿਆ ਜਾ ਸਕਦਾ? ਨਹੀਂ ਕੁਝ ਕਹਿਆ ਜਾ ਸਕਦਾ ਕਿ ਪਰਮਾਤਮਾ ਕਿਹੜੇ ਕਿਹੜੇ ਢੰਗਾਂ ਦੇ ਨਾਲ, ਕਿਹੜੀਆਂ ਕਿਹੜੀਆਂ ਵਿਧਾਂ ਦੁਆਰਾ ਜੀਵਾਂ ਦੀ ਦੇਖ ਰੇਖ ਕਰਦਾ ਹੈ, ਜੀਵਾਂ ਨੂੰ ਖਾਣ ਲਈ ਪਹਿਨਣ ਦੀ ਦਾਤਾਂ ਦਿੰਦਾ ਹੈ। ਮਹਾਰਾਜ ਕਹਿੰਦੇ, ਕਹਿਣੇ ਕਥਨੇ ਤੋਂ ਬਾਹਰ ਹੈ।
ਆਪੇ ਜਾਣੈ ਕਰੇ ਆਪ। ਉਹ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਸਭ ਦੇ ਦਿਲਾਂ ਦੀ ਜਾਣਦਾ ਹੈ, ਕਿਉਂਕਿ ਕਰਨ ਕਾਰਨ ਪ੍ਰਭ ਏਕ ਹੈ। ਪੈਦਾ ਕਰਨ ਵਾਲਾ ਵੀ ਆਪ ਹੈ, ਜੀਵਾਂ ਤੋਂ ਕਰਮ ਕਰਮਾਉਣ ਵਾਲਾ ਵੀ ਪ੍ਰਮਾਤਮਾ ਆਪ ਹੈ, ਪਰ ਆਪ ਨਿਰਲੇਪ ਰਹਿੰਦਾ ਹੈ। ਜੀਵਾਂ ਵਿੱਚ ਹੁੰਦਾ ਹੋਇਆ ਵੀ ਕਰਨ ਕਰਾਉਣ ਵਾਲਾ, ਕਰਦਾ ਕਰਾਉਂਦਾ ਹੋਇਆ ਵੀ ਪ੍ਰਮਾਤਮਾ ਅਸੰਗ ਰਹਿੰਦਾ ਹੈ। ਜਿਨ ਵਾੜੀ ਹੈ ਲਾਈ। ਜਿਸ ਪ੍ਰਮਾਤਮਾ ਨੇ ਇਸ ਸੰਸਾਰ ਰੂਪੀ ਬਗੀਚੀ ਲਗਾਵਣਾ ਕੀਤੀ ਹੈ, ਵਾੜੀ ਨਾਮ ਫੁੱਲਾਂ ਦੀ ਬਗੀਚੀ ਦਾ ਹੈ। ਇਸ ਸੰਸਾਰ ਦਾ ਰੂਪੀ ਬਗੀਚਾ ਪ੍ਰਮਾਤਮਾ ਨੇ ਲਗਾਇਆ। ਮਹਾਰਾਜ ਕਹਿੰਦੇ ਆਪ ਹੀ ਇਹ ਮਾਲੀ ਰੂਪ ਹੋ ਕਰਕੇ ਸਭ ਜੀਵਾਂ ਰੂਪ ਬੂਟਿਆਂ ਦੀ ਪਰਵਰਿਸ਼ ਕਰਦਾ ਹੈ, ਦੇਖ ਰੇਖ ਕਰਦਾ ਪਿਆ ਹੈ। ਅਥਵਾ ਹਜੂਰ ਨੇ ਇਹ ਪਹਿਲੀਆਂ ਦੋ ਪੰਕਤੀਆਂ ਵਿੱਚ ਅੰਤਰੀਵ ਭਾਵ ਦੇ ਵਿੱਚ ਵੀ ਉਪਦੇਸ਼ ਦਿੱਤਾ ਹੈ। ਜਦੋਂ ਜਗਿਆਸੂ ਜਨ ਬੇਨਤੀ ਕਰਦੇ ਆ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ, ਮਹਾਰਾਜ ਜਿਹੜੇ ਭਜਨੀਕ ਭਜਨ ਕਰਨ ਵਾਲੇ, ਬੰਦਗੀ ਕਰਨ ਵਾਲੇ ਸੰਸਾਰ ਦੇ ਬ੍ਰਹਮ ਬੇਤੇ ਹੈ, ਵਡਭਾਗੇ ਪੁਰਖ ਹਨ, ਮਹਾਰਾਜ ਜੀਵਨ ਦੇ ਵਿੱਚ ਕਿਹੋ ਜਿਹਾ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਆਰੰਭ ਤੋਂ ਪੜੋ ਜੀ। ਜਿਨ ਕੀਆ ਤਿਨ ਦੇਖਿਆ। ਐ ਗੁਰਸਿੱਖੋ, ਉਸ ਆਨੰਦ ਨੂੰ ਕਹਿਆ ਨਹੀਂ ਜਾ ਸਕਦਾ ਜੋ ਆਨੰਦ ਪ੍ਰਮਾਤਮਾ ਦੀ ਬੰਦਗੀ ਕਰਕੇ, ਸਿਮਰਨ ਕਰਕੇ ਮਹਾਰਾਜ ਕਹਿੰਦੇ ਪ੍ਰਾਪਤ ਹੁੰਦਾ, ਉਹ ਕਹਿਣੇ ਕਥਨੇ ਤੋਂ ਬਾਹਰ ਹੈ। ਉਹਨੂੰ ਕਹਿਆ ਨਹੀਂ ਜਾ ਸਕਦਾ। ਜਿਨ ਕੀਆ ਤਿਨ ਦੇਖਿਆ। ਜਿਨ੍ਹਾਂ ਨੇ ਪ੍ਰਮਾਤਮਾ ਦਾ ਭਜਨ ਕੀਤਾ, ਉਹਨਾਂ ਨੇ ਪ੍ਰਮਾਤਮਾ ਨੂੰ ਸਾਖਸ਼ਾਤ ਰੂਪ ਦੇ ਵਿੱਚ ਦੇਖਿਆ ਹੈ, ਉਸ ਦੇ ਪਰਮ ਆਨੰਦ ਨੂੰ ਮਾਨਣਾ ਕੀਤਾ ਹੈ। ਕਿਆ ਕਹੀਐ ਰੇ ਭਾਈ। ਹੇ ਭਾਈ, ਦੂਜਾ ਭਲਾ ਕੀ ਕਹਿ ਸਕਦਾ ਜੋ ਆਨੰਦ ਉਹਦੇ ਹਿਰਦੇ ਵਿੱਚ ਪ੍ਰਾਪਤ ਹੋਇਆ ਹੈ। ਜਿਵੇਂ ਭਗਤ ਰਸਨਾ ਦੁਆਰਾ ਮਹਾਰਾਜ ਜੀ ਨੇ ਉਚਾਰਨ ਕੀਤਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਸੱਚੇ ਪਾਤਸ਼ਾਹ ਕਹਿੰਦੇ ਤਾਂ ਗੂੰਗੇ ਨੂੰ ਗੁੜ ਖਵਾਉਣ ਵਾਲੀ ਹਾਲਤ ਬਣ ਜਾਂਦੀ ਹੈ। ਨਹੀਂ ਕੋਈ ਜੀਵ ਕਹਿ ਕੇ ਦੱਸ ਸਕਦਾ, ਉਹ ਆਪ ਵੀ ਨਹੀਂ ਦੱਸ ਸਕਦਾ ਕਿ ਕਿੰਨਾ ਕੁ ਆਨੰਦ ਪ੍ਰਾਪਤ ਹੋਇਆ ਹੈ। ਮਿਲਬੇ ਕੀ ਮਹਿਮਾ ਬਰਨ ਨਾ ਸਕੋ, ਨਾਨਕ ਪਰ ਪਰੀਲਾ, ਪਰੇ ਤੋਂ ਪਰੇ ਹੈ। ਪ੍ਰਮਾਤਮਾ ਦੇ ਨਾਲ ਮਿਲਣ ਦੀ, ਰੱਬ ਦੀ ਅਭੇਦਤਾ ਦਾ ਆਨੰਦ ਨਹੀਂ ਕੋਈ ਆਖ ਸਕਦਾ, ਨਾ ਕੋਈ ਕਲਮ ਦੇ ਨਾਲ ਬਿਆਨ ਕਰ ਸਕਦਾ, ਨਾ ਕੋਈ ਰਸਨਾ ਤੋਂ ਬੋਲ ਕੇ ਦੱਸ ਸਕਦਾ ਕਿ ਕਿੰਨਾ ਕੁ ਪਰਮ ਆਨੰਦ ਪ੍ਰਾਪਤ ਹੋਇਆ ਹੈ। ਗਰੀਬ ਨਵਾਜ ਹਜੂਰ ਨੇ ਬਚਨ ਕਹੇ ਹੈ ਨਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗੇ ਬੰਦੇ ਨੂੰ ਗੁੜ ਖਵਾ ਕੇ ਸਵਾਦ ਪੁੱਛੀਏ ਕਿ ਦੱਸ ਸਕਦਾ? ਉਹਦੇ ਚਿਹਰੇ ਤੋਂ, ਉਹਦੀ ਮੁਸਕਰਾਹਟ ਤੋਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਬੜਾ ਖੁਸ਼ ਹੈ, ਬੜਾ ਪ੍ਰਸੰਨ ਹੁੰਦਾ ਪਿਆ, ਪਰ ਉਹ ਬੋਲ ਕੇ ਨਹੀਂ ਦੱਸ ਸਕਦਾ ਕਿ ਕਿੰਨਾ ਉਹਨੂੰ ਸਵਾਦ ਆਇਆ ਗੁੜ ਛਕ ਕਰਕੇ। ਇਸੇ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਜਿਨ ਕੀਆ ਤਿਨ ਦੇਖਿਆ, ਕਿਆ ਕਹੀਐ ਰੇ ਭਾਈ। ਹੇ ਭਾਈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਗਟ ਕੀਤਾ, ਜਿਨ ਕੀਆ ਤਿਨ ਦੇਖਿਆ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਮਿਲਾਉਣਾ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੂੰ ਸਾਖਸ਼ਾਤ ਕਰਕੇ ਦੇਖਣਾ ਕੀਤਾ ਹੈ। ਉਹਨਾਂ ਦੇ ਪਰਥਾਏ ਵੀ ਕੀ ਕਿਹਾ ਜਾ ਸਕਦਾ ਹੈ, ਉਹਨਾਂ ਦੀ ਅਵਸਥਾ ਵੀ ਮਹਾਰਾਜ ਕਹਿੰਦੇ ਬਿਆਨ ਨਹੀਂ ਕੀਤੀ ਜਾ ਸਕਦੀ। ਆਪੇ ਜਾਣੈ ਕਰੇ ਆਪ। ਉਹ ਗੁਰਮੁਖ ਪਿਆਰਾ ਵਡਭਾਗਾ ਪੁਰਖ ਬ੍ਰਹਮ ਬੇਤਾ ਆਪ ਹੀ ਜਾਣਦਾ ਹੈ, ਕਰੇ ਆਪ, ਕਿਉਂਕਿ ਜੀਵਨ ਦੇ ਵਿੱਚ ਉਹਨੇ ਆਪ ਅਭਿਆਸ ਕੀਤਾ ਹੈ, ਸ਼ਬਦ ਦੀ ਕਮਾਈ ਕੀਤੀ ਹੈ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ। ਮਹਾਰਾਜ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਐਸੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਜਿਨ ਵਾੜੀ ਹੈ ਲਾਈ। ਜਿਸ ਜੀਵ ਨੇ ਆਪਣੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸ਼ੁਭ ਗੁਣਾ ਰੂਪੀ ਬਗੀਚੀ ਨੂੰ ਲਗਾਵਣਾ ਕੀਤਾ, ਫਿਰ ਉਹਨਾਂ ਤੋਂ ਭਗਤੀ ਰੂਪੀ ਮਹਿਕ ਪ੍ਰਾਪਤ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਨਾਂ ਨੇ ਜਿਨ ਵਾੜੀ ਹੈ ਲਾਈ, ਜਿਨ੍ਹਾਂ ਨੇ ਮਹਾਰਾਜ ਕਹਿੰਦੇ ਆਪਣੇ ਹਿਰਦੇ ਰੂਪ ਘਰ ਦੇ ਅੰਦਰ, ਜਾਂ ਕਹਿ ਲਈ ਹਿਰਦੇ ਰੂਪ ਧਰਤੀ ਤੇ
ਸ਼ੁਭ ਗੁਣਾ ਰੂਪੀ ਬਗੀਚੀ ਲਗਾਉਣਾ ਕੀਤੀ ਹੈ, ਸ਼ੁਭ ਗੁਣਾ ਰੂਪੀ ਫੁੱਲਾਂ ਨੂੰ ਪੈਦਾ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹੋ ਹੀ ਇਹ ਜਾਣਦੇ, ਤਤ ਨੂੰ ਜਾਣਦੇ ਹੈ, ਤਿਨਾਂ ਨੇ ਅਸਲ ਦੇ ਵਿੱਚ ਭਗਤੀ ਰੂਪ ਸੁਗੰਧੀ ਨੂੰ ਮਾਣਿਆ ਹੈ। ਰਾਇਸਾ ਪਿਆਰੇ ਕਾ ਰਾਇਸਾ, ਰਾਇਸਾ ਕਹਿੰਦੇ ਨੇ ਉਚਾਰਨ ਕਰਨੇ ਨੂੰ। ਪਿਆਰੇ ਅਕਾਲ ਪੁਰਖ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਿਆ ਕਰ ਐ ਜੀਵ। ਇੱਕ ਮਨਜਿਤ ਹੋ ਕੇ ਪ੍ਰਮਾਤਮਾ ਦੇ ਗੁਣ ਉਚਾਰਨ ਕਰਿਆ ਕਰ। ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਜਸ ਗਾਇਆ ਕਰ। ਰਾਇਸਾ ਪਿਆਰੇ ਕਾ ਰਾਇਸਾ। ਸਾਧ ਸੰਗਤ ਜੀ, ਸੰਪਰਦਾਇ ਮੁਖ ਪਾਠ ਇਹੋ ਹੀ ਕੀਤਾ ਜਾਂਦਾ ਹੈ, ਪਰ ਜਿਹੜਾ ਜਿਵੇਂ ਸੱਤੋ ਕੀ ਗਲੀ ਟਕਸਾਲ ਦਾ ਜੋ ਪਾਠ ਕੀਤਾ ਜਾਂਦਾ, ਰਾਇਸਾ ਪਿਆਰੇ ਕਾ ਰਾਇਸਾ ਪਾਠ ਇਕੱਠਾ ਵੀ ਉਚਾਰਨ ਕੀਤਾ ਜਾਂਦਾ ਹੈ। ਰਾਇਸਾ ਤੋਂ ਭਾਵ ਉਚਾਰਨ ਕਰਨਾ ਤੇ ਕਾ ਰਾਇਸਾ ਤੋਂ ਭਾਵ ਹੋਰਾਂ ਤੋਂ ਉਚਾਰਨ ਕਰਵਾਉਣਾ। ਆਪ ਨਾਮ ਜਪਣਾ ਤੇ ਹੋਰਾਂ ਤੋਂ ਜਪਾਉਣਾ। ਆਪ ਰੱਬ ਦੇ ਗੁਣ ਗਾਉਣੇ ਤੇ ਹੋਰਾਂ ਨੂੰ ਪ੍ਰੇਰਿਤ ਕਰਨਾ ਕਿ ਪਰਮੇਸ਼ਰ ਦੇ ਗੁਣ ਗਾਇਆ ਕਰੋ। ਪਰ ਮੁੱਖ ਪਾਠ ਇਹੋ ਹੀ ਹੈ, ਰਾਇਸਾ ਪਿਆਰੇ ਕਾ ਰਾਇਸਾ। ਹੇ ਜੀਵ, ਜੇ ਪ੍ਰਮਾਤਮਾ ਗਾਉਣਾ ਹੀ ਹੈ ਤੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ। ਜਿਤ ਸਦਾ ਸੁਖ ਹੋਈ, ਪ੍ਰਮਾਤਮਾ ਦੇ ਗੁਣ ਗਾਉਣ ਨਾਲ ਸਦੀਵੀ ਕਾਲ ਸੁਖ ਮਿਲਦਾ ਹੈ। ਜਿਤ ਸਦਾ ਸੁਖ ਹੋਈ, ਮਾਇਆ ਦੇ ਸੁਖ 4 ਕੁ ਦਿਨ ਰਹਿੰਦੇ ਐ, ਫਿਰ ਦੁੱਖਾਂ ਵਿੱਚ ਬਦਲ ਜਾਂਦੇ ਐ। ਕਿੰਨਾ ਕੁ ਸਮਾਂ ਕੋਈ ਸੰਸਾਰ ਦੇ ਵਿੱਚ ਭਜਨ ਬੰਦਗੀ ਤੋਂ ਬਿਨਾਂ ਮਾਇਆ ਨੂੰ ਪਾ ਕੇ ਸੁਖੀ ਆਪਣੇ ਆਪ ਨੂੰ ਸਮਝਦਾ ਹੈ। ਕਿੰਨਾ ਕੁ ਸਮਾਂ, ਬਹੁਤਾ ਸਮਾਂ ਨਹੀਂ ਹੈ। ਕੇਵਲ ਇੱਕੋ ਇੱਕ ਪ੍ਰਮਾਤਮਾ ਦੇ ਸਰੂਪ ਦਾ ਸੁੱਖ ਹੈ ਜਿਹੜਾ ਸਦੀਵੀ ਕਾਲ ਇਕਸਾਰ ਰਹਿੰਦਾ ਹੈ। ਨਹੀਂ ਤਾਂ ਜੀਵਾਂ ਦੀ ਐਸੀ ਹਾਲਤ ਬਣੀ ਰਹਿੰਦੀ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਹਨ, ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਪ੍ਰਾਪਤੀ ਕਰਦਾ ਤੇ ਹੰਕਾਰ ਕਰਦਾ, ਜਦੋਂ ਚਲੀ ਜਾਂਦੀ ਭੁੱਬਾ ਮਾਰ ਕੇ ਰੋਣ ਲੱਗ ਪੈਂਦਾ। ਬਸ ਇੰਨਾ ਕੋ ਸੁਖ ਹੈ, ਪਰ ਪ੍ਰਮਾਤਮਾ ਦੇ ਸਰੂਪ ਦਾ ਜੋ ਸੁਖ ਹੈ ਨਾ, ਸਦੀਵੀ ਕਾਲ ਰਹਿੰਦਾ ਹੈ, ਨਾ ਕਦੇ ਘਟਦਾ ਹੈ, ਨਾ ਕਦੇ ਫਿੱਕਾ ਪੈਂਦਾ ਹੈ। ਉਹ ਸੁਖ ਦੇ ਕਰਕੇ ਜੀਵ ਨੂੰ ਹੋਰ ਦੁਨੀਆ ਦੇ ਸੁਖ ਪਾਉਣ ਦੀ ਫਿਰ ਲੋੜ ਨਹੀਂ ਪੈਂਦੀ। ਉਹ ਸਭ ਤੋਂ ਉੱਚਾ ਤੇ ਪਰਮ ਸੁਖ ਹੈ। ਸਭ ਦੁਨੀਆ ਦੇ ਸੁਖ ਭੁੱਲ ਜਾਂਦੇ ਐ। ਕਦੇ ਕੋਈ ਸੁਖ ਦੀ ਜਾਚ ਨਾ ਕਰਦਾ ਹੈ, ਕਦੇ ਕਿਸੇ ਸੁਖ ਦੀ ਜਾਚ ਨਾ ਕਰਦਾ ਹੈ। ਪਰ ਜਦੋਂ ਵਾਹਿਗੁਰੂ ਜੀ ਦੇ ਸਰੂਪ ਦਾ ਸੁਖ ਮਿਲ ਜਾਂਦਾ ਹੈ, ਮਹਾਰਾਜ ਕਹਿੰਦੇ ਸਭ ਦੁਨੀਆ ਦੇ ਸੁਖ ਉਹਨੂੰ ਭੁੱਲ ਜਾਂਦੇ ਆ। ਫਿਰ ਇੱਕ ਪ੍ਰਮਾਤਮਾ ਦੇ ਸਰੂਪ ਰੂਪੀ ਸੁਖ ਦਾ ਆਨੰਦ ਮਾਣਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਤ ਸਦਾ ਸੁਖ ਹੋਈ, ਉਸ ਪਿਆਰੇ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਿਆ ਕਰ ਹੈ ਜੀਵ, ਜਿਸ ਕਰਕੇ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਜਿਨ ਰੰਗ ਕੰਤ ਨਾ ਰਾਵਿਆ। ਸਤਿਗੁਰੂ ਜੀ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੰਦੇ ਹਨ। ਜਿਸ ਜੀਵ ਰੂਪ ਸਖੀ ਨੇ ਕੰਤ ਪਰਮਾਤਮਾ ਦੀ ਸਰੂਪ ਦਾ ਸੁਖ ਨਹੀਂ ਮਾਣਿਆ, ਭਾਵ ਪਰਮਾਤਮਾ ਦੀ ਅਭੇਰਤਾ ਨਹੀਂ ਪਾਈ। ਪਰਮਾਤਮਾ ਨੇ ਇਹ ਜੀਵਨ ਦਿੱਤਾ ਹੈ, ਵਿਛੜਿਆ ਹੋਇਆ ਉਸ ਪਰਮੇਸ਼ਰ ਦੇ ਨਾਲ ਮਿਲ ਸਕੇ। ਪਰ ਮਹਾਰਾਜ ਕਹਿੰਦੇ, ਜਿਸ ਜੀਵ ਰੂਪ ਸਖੀ ਨੇ ਉਸ ਪਰਮਾਤਮਾ ਦੀ ਅਭੇਰਤਾ ਨਹੀਂ ਪਾਈ, ਆ ਪਛੋ ਰੇ ਤਾਣੀ। ਹੇ ਜੀਵ, ਉਸ ਨੂੰ ਪਛਤਾਉਣਾ ਪੈਂਦਾ ਹੈ। ਅੰਤ ਸਮੇਂ ਬਾਰ-ਬਾਰ ਪਛਤਾਤਾਪ ਕਰਨਾ ਪੈਂਦਾ ਹੈ। ਉਸ ਜੀਵ ਰੂਪ ਸਖੀ ਦੇ ਪੱਲੇ ਕੇਵਲ ਤਾਂ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ। ਜਦੋਂ ਜੀਵਨ ਦੀ ਅਵਸਥਾ ਸਾਰਾ ਜਦੋਂ ਲੰਘ ਜਾਣਾ ਕਰਦੀ ਹੈ, ਫਿਰ ਬਾਅਦ ਵਿੱਚ ਉਹ ਪਛਤਾਤਾਪ ਕਰਦੀ ਹੈ। ਜਾਂ ਜ਼ਿੰਦਗੀ ਦਾ ਵੱਡਾ ਪੱਖ ਸੰਸਾਰ ਦੇ ਵਿਸ਼ਿਆਂ ਵਾਸ਼ਨਾ ਵਿੱਚ ਆਪਣਾ ਲਗਾ ਦੇਣਾ ਕਰਦੀ ਹੈ। ਔਗੁਣਾਂ ਨੂੰ ਧਾਰਨ ਕਰਕੇ ਆਪਣਾ ਜੀਵਨ ਬਰਬਾਦ ਕਰ ਲੈਂਦੀ ਹੈ। ਮਹਾਰਾਜ ਕਹਿੰਦੇ, ਫਿਰ ਉਹਨਾਂ ਮਹਾਤਮਾ ਰੂਪ ਸੁਹਾਗਣਾ ਵੱਲ ਦੇਖ ਦੇਖ ਕਰਕੇ ਫਿਰ ਪਛਤਾਤਾਪ ਕਰਦੀ ਹੈ, ਝੂਰਦੀ ਹੈ ਕਿ ਮੈਂ ਕਿਉਂ ਨਹੀਂ ਸ਼ੁਭ ਗੁਣਾ ਰੂਪੀ ਸ਼ਿੰਗਾਰ ਆਪਣੇ ਜੀਵਨ ਵਿੱਚ ਧਾਰਨ ਕੀਤੇ। ਆਪਣੇ ਤਨ ਤੇ ਕੀਤੇ ਹੋਏ ਕਰਮ ਕਾਂਡਾਂ ਦੇ ਤਰ੍ਹਾਂ ਤਰ੍ਹਾਂ ਦੇ ਤਪ ਸਾਧਨਾ ਰੂਪੀ ਸ਼ਿੰਗਾਰਾਂ ਨੂੰ ਦੇਖ ਦੇਖ ਕਰਕੇ ਫਿਰ ਵਿਰਲਾਪ ਕਰਦੀ ਹੈ, ਪਛਤਾਤਾਪ ਕਰਦੀ ਹੈ ਕਿ ਮੈਂ ਜ਼ਿੰਦਗੀ ਦਾ ਵੱਡਾ ਪੱਖ ਇਹਨਾਂ ਤਪ ਸਾਧਨਾ ਕਰਮ ਕਾਂਡਾਂ ਰੂਪੀ ਸਾਧਨਾ ਵਿੱਚ ਲੰਘਾ ਦਿੱਤਾ ਹੈ।
परमात्मा नूं प्रसन्न करन दे लई, पर वो परमात्मा तां मैनूं मिलिया ही ना। सच्चे पातशाह सतगुरु जी आख रहे ने, जिन रंग कंत ना राविया सा पछो रे ताणी। हे जीव, और फिर उस नूं पछताउणा पैंदा है जिन्हां ने परमेश्वर नूं पाया ही नहीं है। हाथ पछोड़ै सिर धुणै, फिर हत्थां नूं पछोड़ी भाव मरोड़ना करदी है। सिर धुणै, सिर बार बार मारदी है, फेरदी है, रोंदी हुई करलाउंदी हुई। जब रैन विहाणी, जदों रैन बतीत हो जाती, रात्रि लंघ जाती है। संगत जी, जिवें एक राजा हुंदा, उहदियां किन्नियां राणियां हुंदियां ने। कोई राणी है, कोई जिवें पट राणी भी हुंदी है, पर उन्हां दे विचों राजे की सेवा का उसे नूं मौका मिलता है जिहदे ते राजे की प्रसन्नता हुंदी है। साध संगत जी, महाराज सच्चे पातशाह जी कहते हैं, इसे प्रकार संसार दी जीव रूप सखियां सब राणियां पट राणियां ने। ये जग्यासु रूप सखियां हन। हरि अकाल पुरख परमात्मा सब दा पति है, कंत है, मालिक है। पर जिहड़ी महात्मा रूप सखी उस परमात्मा नूं पाउंदी है ना, उहो ही परमात्मा दी सेवा विच हाजिर हो सकदी है। पर महाराज कहते, जदों अवस्था रूपी रैन लंघ जाती है ना, सारी जिंदगी बतीत हो जाती है, फिर जीव रूप सखी बार बार पछताउंदी है, झूरदी है। महाराज कहते, हाथ पछोड़ै सिर धुणै जब रैन विहाणी। जदों सारी अवस्था रूपी रैन लंघ जाती कि मेरी तां वारी नहीं आई परमात्मा दे सुख पाउण दी, वाहिगुरू दे स्वरूप दा आनंद मानणे दी, मैं क्यों नहीं अपने हिरदे रूप घर दे अंदर शरधा रूपी सेज विछा के रब नूं चेते कीता। क्यों नहीं मैं भगती रूप, मैं एक शुभ गुणा रूपी फुल्लां नूं धारण करके अपने हिरदे रूपी घर दे अंदर क्यों नहीं भगती दी महक नूं फैलाउणा कीता। क्यों मैं अपने हिरदे अंदर हंकार दी बदबू नूं धारण करके रखिया। ये महाराज सच्चे पातशाह कहते हैं, वो जीव रूप सखी बार बार पछताउंदी है, झूरदी है, हथ मरोड़दी है, सिर बार बार फेरदी है कि जे मैं जिंदगी भी शुभ गुणा नूं धारण कीता हुंदा तां फिर मैनूं जरूर परमात्मा ने मिलना सीगा। पर जिंदगी पर अवगुणा नूं धारण कीता, अवगुणा भरे पाप कर्म कीते, कदी भी जीवन में शुभ कर्म नहीं कीता, ना निष्काम कर्मां दी करनी जीवन में धारण कीती। इसे करके परमेश्वर मैनूं मिल लिया नहीं है। महाराज कहते, अवस्था रूपी रैन बीतीत जाती है, जदों काल रूपी दिन चढ़ जाता है, फिर भुब्बा मार मार करके जीव रूप सखी रोंदी है। पछोतावा ना मिलै। धन सतगुरु गुरु नानक देव साहिब महाराज सच्चे पातशाह हजूर कहते, पछतावा करन दे नाल नहीं कदे परमात्मा मिलदा। जे पछतावा करी जावे कि रब मैनूं मिलिया नहीं, मिलिया नहीं, इवें थोड़ी मिलण वाला है। शुभ गुणां नूं धारण करना पैंदा। शुभ गुणा रूपी गहणियां दे नाल अपने हिरदे नूं शंगारना पवेगा। महाराज साहिब जी दी दर्शाए हो मार्ग ते चल के जीवन निर्वाह करना पवेगा। इस करके पातशाह कहंदे, पछोतावा ना मिलै। कला पछतावा करन दे नाल नहीं वो परमात्मा मिलन वाला। जब चुकै सारी जदों सारी जिंदगी लंघ गई, सारा जीवन लंघ गया, फिर पछताउण दा भला की लाभ है। हाँ, जे किते पछतावा जीवन हुंदियां कीता हुंदा फिर भी कोई ना कुछ बन जाना सी, जीवन दे विच कुछ प्राप्ति हो जानी सी। पर हुण तां जीवन सारा ही लंघ गया, सारी अवस्था रूपी रात बतीत हो गई, हुण तां काल रूपी दिन चढ़ गया। हुण थोड़ी समा मिलना है परमात्मा दा भजन करने दा, बंदगी करने दा, सतगुरु जी दी सत संगत विच आउणे दा, गुरु वाले बनने दा ना। जिन्ना समा जीवन है, जिन्ना चामा शरीर दे अंदर सवास चलदे पए है। संगत जी, तां ही महाराज साहिब जी गुरबाणी विच बार बार ताड़ना करदे है, हे जीवा हर जपदियां खिन ढिल ना कीजे मेरी जिंदड़िए, मत के जापै साहो आवे के ना आवे राम। हे मेरी जिंदे भुल के किते एवें अवेसली ना हो करके रहे रब दी बंदगी करने तो। एवें ना किते आलस करे कि हुण नहीं नाम जपना फिर किते जप लवांगे,
ਹੁਣ ਨਹੀਂ ਗੁਰੂ ਵਾਲੇ ਬਣਨਾ, ਫੇਰ ਕਿਤੇ ਬਣ ਜਾਵਾਂਗੇ। ਹੁਣ ਨਹੀਂ ਸੰਗਤ ਕਰਨੀ, ਫੇਰ ਕਿਤੇ ਜ਼ਿੰਦਗੀ ਵਿੱਚ ਸੰਗਤ ਕਰ ਲਵਾਂਗੇ। ਮਹਾਰਾਜ ਕਹਿੰਦੇ ਨਾ, ਪਤਾ ਨਹੀਂ ਕਿਹੜੇ ਵੇਲੇ ਤੇਰਾ ਸਵਾਸ ਨਿਕਲ ਜਾਣ, ਕਾਲ ਰੂਪੀ ਦਿਨ ਤੇਰਾ ਚੜ ਜਾਵੇ, ਅਵਸਥਾ ਦੀ ਰਾਤਰੀ ਤੇਰੀ ਬਤੀਤ ਹੋ ਜਾਵੇ। ਉਹ ਸਮੇਂ ਨੂੰ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਸਮਾਂ ਆ ਜਾਣਾ ਹੈ। ਹਰ ਸਵਾਸ ਦੇ ਨਾਲ ਰੱਬ ਨੂੰ ਚੇਤੇ ਕਰਿਆ ਕਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਪਛੋਤਾਵਾ ਨਾ ਮਿਲੈ, ਜਬ ਚੁਕੈਗੀ ਸਾਰੀ। ਸਾਰੀ ਅਵਸਥਾ ਚੁੱਕ ਗਈ, ਭਾਵ ਅਭਾਵ ਹੋ ਗਈ, ਸਾਰੀ ਜ਼ਿੰਦਗੀ ਬਤੀਤ ਹੋ ਗਈ। ਫਿਰ ਕਹੇ ਕਿ ਹੁਣ ਮੈਨੂੰ ਸਮਾਂ ਮਿਲ ਜਾਵੇ, ਹੁਣ ਮੈਂ ਪ੍ਰਮਾਤਮਾ ਦਾ ਭਜਨ ਬੰਦਗੀ ਕਰ ਲਵਾਂ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ ਲਵਾਂ, ਸੇਵਾ ਸਿਮਰਨ ਕਰ ਲਵਾਂ। ਮਹਾਰਾਜ ਕਹਿੰਦੇ ਹੁਣ ਨਹੀਂ ਹੈ, ਇਹ ਉਹਨਾਂ ਸਮਾਂ ਹੈ ਜਿੰਨਾ ਚਿਰ ਤੇਰੇ ਕੋਲ ਜੀਵਨ ਹੈ। ਆ ਫਿਰ ਪਿਆਰਾ ਰਾਵੀਐ। ਹਾਂ, ਤਾਂ ਦੁਬਾਰਾ ਫਿਰ ਕਿਤੇ ਪ੍ਰਮਾਤਮਾ ਦੇ ਸਰੂਪ ਨੂੰ ਪਾਇਆ ਜਾ ਸਕਦਾ ਹੈ। ਰਾਵੀਐ, ਰੱਬ ਦੇ ਗੁਣਾਂ ਨੂੰ ਉਚਾਰਨ ਕਰਨ ਦਾ ਸਮਾਂ ਮਿਲ ਸਕਦਾ ਹੈ। ਰਾਵੀਐ, ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਿਆ ਜਾ ਸਕਦਾ ਹੈ। ਜਬ ਆਵੇਗੀ ਵਾਰੀ। ਜਦੋਂ ਕਿਤੇ ਫੇਰ ਦੁਬਾਰਾ ਪ੍ਰਮਾਤਮਾ ਨੇ ਤਰਸ ਕੀਤਾ, 84 ਲੱਖ ਜੂਨਾਂ ਤੋਂ ਕੱਢ ਕੇ ਤੈਨੂੰ ਮਾਨਸ ਜੀਵਨ ਦੀ ਦਾਤ ਬਖਸ਼ੀ। ਜਬ ਆਵੇਗੀ ਵਾਰੀ, ਤੇ ਵਾਰੀ ਕੀ ਪਤਾ ਕਦੋਂ ਆਉਣੀ ਹੈ, ਕੋਈ ਪਤਾ ਥੋੜਾ ਕਿ ਦੁਬਾਰਾ ਟੇਢੀਆਂ ਜੂਨਾਂ ਵਿੱਚ ਜੇ ਪ੍ਰਮਾਤਮਾ ਨੇ ਸਾਨੂੰ ਪਾ ਦਿੱਤਾ, ਕਿਹੜੀ ਕਿਹੜੀ ਜੂਨ ਦੇ ਵਿੱਚ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਮਹਾਰਾਜ ਕਹਿੰਦੇ ਤੈਨੂੰ ਇਹ ਜੀਵਨ ਦੀ ਦਾਤ ਮਿਲੀ ਹੈ। ਤੇ ਜਦੋਂ ਇਹ ਕਿਤੇ ਜੀਵਨ ਦਾ ਹੱਥੋਂ ਲੰਘ ਗਿਆ, ਛੁੱਟ ਗਿਆ, ਤੇ ਦੁਬਾਰਾ ਮਹਾਰਾਜ ਕਹਿੰਦੇ ਕੀ ਪਤਾ ਕਦੋਂ ਵਾਰੀ ਆਉਣੀ ਹੈ, ਕਿਉਂਕਿ ਇਥੋਂ ਛੁਟਕਿਆ ਠੌਰ ਨਾ ਪਾਏ। ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏਂਦਾ। ਜਿਹੜਾ ਮਨੁੱਖਾ ਸਰੀਰ ਰੂਪੀ ਉੱਪਰਲੇ ਐਨ ਉੱਪਰਲੇ ਅਖੀਰਲੇ ਸਿਰੇ ਤੋਂ ਡੰਡੇ ਤੋਂ ਜੇ ਹੱਥ ਛੁਟਕ ਜਾਵੇ ਨਾ, ਮਹਾਰਾਜ ਕਹਿੰਦੇ ਫਿਰ ਉਹਨੂੰ ਆਵਾਗਮਨ ਦੇ ਚੱਕਰ 'ਚ ਪੈਣਾ ਪੈਂਦਾ, ਉਹਦਾ ਕਦੇ ਬਚਾਅ ਨਹੀਂ ਹੋ ਸਕਦਾ, ਕਿਤੇ ਹੱਥ ਨਹੀਂ ਪੈਣ ਵਾਲਾ, ਕਿਤੇ ਠਾਹਰ ਨਹੀਂ ਉਹਨੂੰ ਪ੍ਰਾਪਤ ਹੋਣ ਵਾਲੀ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਤਾਂ ਫਿਰ ਪਿਆਰਾ ਰਾਵੀ ਹੈ, ਜਬ ਆਵੇਗੀ ਵਾਰੀ। ਜਦੋਂ ਕਿਤੇ ਮਹਾਰਾਜ ਕਹਿੰਦੇ ਦੁਬਾਰਾ ਪ੍ਰਮਾਤਮਾ ਨੇ ਤੇਰੇ ਤੇ ਤਰਸ ਕੀਤਾ, ਰੱਬ ਨੇ ਤੇਰੇ ਤੇ ਦਇਆ ਕੀਤੀ, ਤੇਰਾ ਕੋਈ ਚੰਗਾ ਕਰਮ ਅੱਗੇ ਆ ਗਿਆ, ਫੇਰ ਮਨੁੱਖਾ ਸਰੀਰ ਤੈਨੂੰ ਮਿਲਿਆ। ਜੇ ਉਸ ਜਨਮ ਦੇ ਵਿੱਚ ਪ੍ਰਮਾਤਮਾ ਦਾ ਭਜਨ ਕਰ ਲਿਆ, ਬੰਦਗੀ ਕਰ ਲਈ, ਸੇਵਾ ਸਿਮਰਨ ਕਰ ਲਿਆ, ਤਾਂ ਫਿਰ ਪਿਆਰਾ ਰਾਵੀ ਹੈ। ਤਾਂ ਇਹ ਜੀਵ ਰੂਪ ਸਖੀ ਤੂੰ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣ ਸਕੇਂਗੀ, ਨਹੀਂ ਤਾਂ ਹੋਰ ਕੋਈ ਦੂਜਾ ਚਾਰਾ ਨਹੀਂ ਹੈ। ਪ੍ਰਮਾਤਮਾ ਨੇ ਕੇਵਲ ਇੱਕੋ ਇੱਕ ਅਵਸਰ ਦਿੱਤਾ, ਉਹ ਮਾਨਸ ਜੀਵਨ ਦੇ ਵਿੱਚ ਹੈ। ਹੋਰ ਕੋਈ 84 ਲੱਖ ਜੂਨਾਂ ਵਿੱਚ ਐਸੀ ਜੂਨ ਨਹੀਂ ਜਿਹੜੀ ਪ੍ਰਮਾਤਮਾ ਨੂੰ ਪਾ ਸਕੇ। ਜਿਸ ਜੂਨ ਦੇ ਵਿੱਚ ਪੈ ਕੇ ਪ੍ਰਮਾਤਮਾ ਦੀ ਅਭੇਰਤਾ ਪਾਈ ਜਾ ਸਕੇ, ਕੇਵਲ ਤਾਂ ਕੇਵਲ ਮਹਾਰਾਜ ਕਹਿੰਦੇ ਇੱਕੋ ਇੱਕ ਦਰਵਾਜ਼ਾ ਖੁੱਲ੍ਹਾ ਮਨੁੱਖਾ, ਇਹ ਮਨੁੱਖਾ ਸਰੀਰ ਵਾਲਾ ਜੋ ਪ੍ਰਮਾਤਮਾ ਨੇ ਮਾਨਸ ਜੀਵਨ ਦੀ ਦਾਤ ਬਖਸ਼ੀ ਹੈ। ਕੇਵਲ ਮਨੁੱਖਾ ਜਨਮ ਵਾਲਾ ਦਰਵਾਜ਼ਾ ਖੁੱਲ੍ਹਾ, ਬਾਕੀ ਸਾਰੇ ਦਰਵਾਜ਼ੇ ਬੰਦ ਹੈ। ਜਿਵੇਂ ਖੁੱਲੇ ਹੋਏ ਦਰਵਾਜ਼ੇ ਵਿੱਚੋਂ ਸਾਧ ਸੰਗਤ ਜੀ ਲੰਘ ਕੇ ਕੋਈ ਅੱਗੇ ਜਾ ਸਕਦਾ, ਖੁੱਲੇ ਹੋਏ ਦਰਵਾਜ਼ੇ ਦੇ ਵਿੱਚ। ਜਿਵੇਂ ਸਾਧ ਸੰਗਤ ਜੀ ਮਹਾਂਪੁਰਖ ਪ੍ਰਮਾਣ ਦੇ ਕਰਕੇ ਸਮਝਾਇਆ ਕਰਦੇ, ਕਹਿੰਦੇ ਕਿ 84 ਦਰਵਾਜ਼ਿਆਂ ਵਾਲਾ ਇੱਕ ਕਿਲਾ ਸੀਗਾ, ਉਹਦੇ ਵਿੱਚੋਂ ਕੇਵਲ ਇੱਕੋ ਦਰਵਾਜ਼ਾ ਖੁੱਲਾ, ਬਾਕੀ ਸਾਰੇ ਬੰਦ। ਉਹਦੇ ਵਿੱਚ ਇੱਕ ਸਾਧ ਸੰਗਤ ਜੀ ਸਿਰ ਤੋਂ ਗੰਜਾ ਤੇ ਅੱਖਾਂ ਤੋਂ ਅੰਨਾ ਇੱਕ ਬੰਦਾ ਜਿਹੜਾ, ਉਹਦੇ ਵੀ ਸਾਧ ਸੰਗਤ ਜੀ ਲੰਘ ਗਿਆ, ਇੱਕ ਹੱਥ ਵੀ ਉਹਦਾ ਟੁੰਡਾ ਸੀਗਾ। ਤੇ ਇੱਕ ਦਰਵਾਜ਼ੇ ਦੇ ਕੋਲ ਮਖਿਆਲ, ਮੱਖੀ ਲੱਗੀ ਹੋਈ ਸੀ, ਡੂਮਣਾ ਲੱਗਾ ਸੀ ਸ਼ਹਿਰ ਦੇ ਮੱਖੀਆਂ ਦਾ। ਉਸ ਬੰਦੇ ਨੂੰ ਕਿਸੇ ਨੇ ਸਮਝਾ ਦਿੱਤਾ ਕਿ ਇਸ ਕਿਲੇ ਦੇ ਵਿੱਚ 84 ਦਰਵਾਜ਼ੇ ਤੇ ਇੱਕੋ ਦਰਵਾਜ਼ਾ ਖੁੱਲ੍ਹਾ, ਸਾਬਤ ਹੱਥ ਦੇ ਨਾਲ ਤੋਂ ਟੋਹ ਟੋਹ ਕਰਕੇ ਨਾ ਸਹਿਜੇ ਸਹਿਜੇ ਲੰਘਦਾ ਖੁੱਲੇ ਹੋ ਦਰਵਾਜ਼ੇ ਦੇ ਰਾਹੀਂ ਲੰਘ ਜਾਵੇਂ, ਤੂੰ ਬਾਹਰ ਚਲਾ ਜਾਵੇਂਗਾ, ਕਿਲੇ ਤੋਂ ਆਜ਼ਾਦ ਹੋ ਜਾਵੇਂਗਾ। ਕਹਿੰਦਾ ਜੀ ਠੀਕ ਹੈ। ਦਿਸਦਾ ਤੇ ਉਹਨੂੰ ਹੈ ਨਹੀਂ ਸੀਗਾ। ਜਦੋਂ ਲੰਘਦਾ ਪਿਆ
ਇੱਕ ਇੱਕ ਦਰਵਾਜ਼ਾ ਟੋਂਦਾ ਹੋਇਆ ਲੰਘਦਾ, ਤੇ ਜਿੱਥੇ ਮਖਿਆਲ ਲੱਗੀ ਸੀ ਨਾ, ਜਿਹੜਾ ਦਰਵਾਜ਼ਾ ਖੁੱਲਾ ਉਹਦੇ ਲਾਗੇ ਇੱਕ ਮਖਿਆਲ ਲੱਗੀ ਹੋਈ ਸੀ, ਮਧੂ ਮੱਖੀਆਂ ਦਾ ਡੂਮਣਾ ਲੱਗਾ ਹੋਇਆ। ਉਹ ਛੱਜੇ ਤੇ ਹੱਥ ਮਾਰਿਆ, ਜਦੋਂ ਹੱਥ ਵੱਜਾ ਤੇ ਸਾਰੀ ਸੰਗਤ ਜੀ ਮੱਖੀਆਂ ਨੇ ਡੰਗ ਮਾਰਿਆ ਤੇ ਸਿਰ ਤੇ ਜਦੋਂ ਸ਼ਹਿਦ ਚੋਣ ਲੱਗ ਪਿਆ, ਫਿਰ ਉਹਨੂੰ ਮੁੱਖ ਦੇ ਵਿੱਚ ਪਾਇਆ, ਚੱਕ ਕੇ ਦੇਖਿਆ ਤੇ ਬੜੀ ਮਿਠਾਸ ਆਈ, ਉੱਥੇ ਪਰਚ ਗਿਆ। ਫਿਰ ਉਹ ਦਰਵਾਜ਼ਾ ਲੰਘ ਗਿਆ, ਉਹਨੂੰ ਪਤਾ ਹੀ ਨਾ ਚੱਲਿਆ। ਤੇ ਫਿਰ ਉਸੇ ਤਰ੍ਹਾਂ ਹੀ ਉਹ ਜਿਹੜੇ 84 ਦਰਵਾਜ਼ੇ ਸੀ ਉਹਨਾਂ ਨੂੰ ਟੋਂਦਾ ਟੋਂਦਾ ਜਦੋਂ ਉੱਥੇ ਆਵੇ, ਫਿਰ ਉਹਦਾ ਹੱਥ ਮਖਿਆਲ ਦੇ ਨਾਲ ਵੱਜ ਜਾਵੇ, ਫਿਰ ਉੱਥੋਂ ਲੰਘ ਜਾਵੇ, ਉਹਦੇ ਚੋਂ ਬਾਹਰ ਨਿਕਲਿਆ ਹੀ ਨਾ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਜੀਵ ਦੇ ਕੋਲ ਸ਼ਰਧਾ ਰੂਪ ਕੇਸ ਨਾ ਹੋਣੇ ਕਰਕੇ ਸਿਰ ਤੋਂ ਗੰਜਾ ਹੈ, ਔਰ ਇਸੇ ਪ੍ਰਕਾਰ ਵਿਰਾਗ ਤੇ ਵਿਵੇਕ ਦੇ ਨੇਤਰ ਨਾ ਹੋਣੇ ਹੋਣ ਕਰਕੇ ਅੰਨਾ ਹੈ। ਸਾਧ ਸੰਗਤ ਜੀ, ਮਹਾਰਾਜ ਜੀ ਦੇ ਭਰੋਸਾ ਨਾ ਹੋਣੇ ਕਰਕੇ ਟੁੰਡਾ ਹੈ। 84 ਦਰਵਾਜ਼ੇ 84 ਲੱਖ ਜੂਨਾ ਸਾਰੇ ਬੰਦ ਹੈ, ਕੇਵਲ ਇੱਕੋ ਇੱਕ ਦਰਵਾਜ਼ਾ ਖੁੱਲਾ ਹੈ, ਮਨੁੱਖਾ ਜਨਮ ਵਾਲਾ। ਤੇ ਇਹ ਜੀਵ 84 ਲੱਖ ਜੂਨਾਂ ਨੂੰ ਭੋਗ ਕਰਕੇ ਆਉਂਦਾ। ਜਦੋਂ ਇਸ ਦਰਵਾਜ਼ੇ ਦੀ ਲੰਘਣ ਦੀ ਵਾਰੀ ਆਉਂਦੀ, ਫੇਰ ਇਹ ਸਾਰੀ ਸੰਗਤ ਜੀ, ਇਹ ਮਾਇਆ ਕਦੇ ਵਿਸ਼ਿਆਂ ਦੇ ਵਿਕਾਰਾਂ ਰੂਪੀ ਡੰਗ ਮਾਰ ਦਿੰਦੀ, ਕਦੇ ਕਿਸੇ ਤਰ੍ਹਾਂ ਮਖਿਆਲ ਰੂਪ ਹੋ ਕਰਕੇ, ਮਾਖੀ ਰਾਮ ਕੀ ਤੂੰ ਮਾਖੀ, ਜਹ ਦੁਰਗੰਧ ਤਹਾ ਤੂੰ ਚਾਖੇ, ਜਹ ਦੁਰਗੰਧ ਤਹਾ ਤੂੰ ਬੈਠੇ, ਮਹਾ ਵਿਖਿਆ ਮਦ ਚਾਖੀ। ਗੁਰੂ ਕੀ ਬਾਣੀ ਦਾ ਫਰਮਾਨ ਹੈ। ਕਹਿੰਦੇ ਜਿਹੜੀ ਮਾਇਆ ਹੈ ਨਾ, ਇਹ ਮੱਖੀ ਦੀ ਤਰ੍ਹਾਂ ਹੈ, ਇਹਦੇ ਜਿਹੜੇ ਵਿਸ਼ਿਆਂ ਦਾ ਰਸ ਹੈ ਨਾ, ਉਹ ਸ਼ਹਿਦ ਦੀ ਤਰ੍ਹਾਂ ਹੈ। ਤੇ ਜਦੋਂ ਡੰਗ ਮਾਰਦੀ ਹੈ ਜੀਵ, ਫੇਰ ਭੁੱਲ ਜਾਂਦਾ ਹੈ, ਫਿਰ ਉਸੇ ਤਰ੍ਹਾਂ 84 ਦੇ ਗੇੜੇ ਵਿੱਚ ਪੈ ਜਾਂਦਾ, ਪਤਾ ਹੀ ਨਹੀਂ ਚੱਲਦਾ। ਜਿਸ ਦਰਵਾਜ਼ੇ ਰਾਹੀਂ ਬਾਹਰ ਨਿਕਲਣਾ, ਰੱਬ ਦੇ ਨਾਲ ਮਿਲਣਾ, ਉਹ ਫੇਰ ਮਹਾਰਾਜ ਕਹਿੰਦੇ ਦਰਵਾਜ਼ਾ ਉਸੇ ਤਰ੍ਹਾਂ ਉਹਦਾ ਲੰਘ ਜਾਂਦਾ ਹੈ। ਇਦਾਂ ਦੇ ਜੀਵ ਦੀ ਹਾਲਤ ਹੈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਤਾ ਫਿਰ ਪਿਆਰਾ ਰਾਵੀ ਹੈ, ਜਬ ਆਵੇਗੀ ਵਾਰੀ। ਜਦੋਂ ਕਿਤੇ ਰੱਬ ਨੇ ਵਾਰੀ ਦਿੱਤੀ ਦੁਬਾਰਾ, ਫਿਰ 84 ਦੇ ਗੇੜੇ ਤੋਂ ਕੱਢ ਕਰਕੇ ਦੁਬਾਰਾ ਕਿਤੇ ਪ੍ਰਮਾਤਮਾ ਨੇ ਤਰਸ ਕੀਤਾ, ਦਇਆ ਕੀਤੀ, ਜੇ ਉਸ ਜਨਮ ਦੇ ਵਿੱਚ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ, ਪਿਆਰ ਵਿੱਚ ਭਿੱਜ ਕੇ ਰੱਬ ਨੂੰ ਯਾਦ ਕੀਤਾ, ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਪਾਇਆ ਜਾ ਸਕੇਗਾ। ਕੰਤ ਲਿਆ ਸੁਹਾਗਣੀ, ਤੋ ਹਜੂਰ ਕਹਿੰਦੇ ਕੰਤ ਲਿਆ ਸੁਹਾਗਣੀ, ਜਿਹੜੀਆਂ ਸੁਹਾਗਵਤੀਆਂ ਮਹਾਤਮਾ ਰੂਪ ਸਖੀਆਂ ਹਨ, ਤਿਨਾਂ ਨੇ ਕੰਤ ਪਤੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ ਹੈ। ਮੈਂ ਤੇ ਵਦਵੀ ਇਹ ਜਗਿਆਸੂ ਰੂਪ ਸਖੀ ਬੇਨਤੀ ਕਰਦੀ ਹੈ, ਮੈਂ ਤੇ ਵਦਵੀ ਇਹ, ਮੇਰੇ ਨਾਲੋਂ ਇਹ ਵੱਡੀਆਂ, ਵਦਵੀ ਭਾਵ ਵੱਡੀਆਂ ਹਨ, ਵੱਡਪਣ ਉਹਨਾਂ ਦੇ ਵੀ ਸ਼ੁਭ ਗੁਣਾਂ ਦਾ ਹੈ। ਮੈਂ ਇਸ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡਾਂ ਦੇ ਤਪ ਸਾਧਨਾ ਰੂਪੀ ਸ਼ਿੰਗਾਰਾਂ ਨੂੰ ਜ਼ਿੰਦਗੀ ਭਰ ਕਰਦੀ ਰਹੀ, ਬਹੁਤੀ ਮਿਹਨਤ ਕਰ ਕਰਕੇ, ਬੜੀ ਘਾਲਣਾ ਘਾਲ ਕਰ ਕਰਕੇ, ਕਦੇ ਟੂਣੇ ਟਾਮਣ, ਕਦੇ ਯੰਤਰ ਮੰਤਰ, ਪਤਾ ਨਹੀਂ ਕਿੰਨੇ ਕੁ ਸਾਧਨਾ ਰੂਪੀ ਸ਼ਿੰਗਾਰ ਕੀਤੇ ਸਨ, ਪਰ ਸਾਰੇ ਨਿਸਫਲ ਹੀ ਚਲੇ ਗਏ। ਕਿਸੇ ਵੀ ਕੀਤੇ ਹੋਏ ਸਾਧਨ ਦਾ, ਸ਼ਿੰਗਾਰ ਦਾ ਕੋਈ ਲਾਭ ਨਾ ਮੈਨੂੰ ਪ੍ਰਾਪਤ ਹੋ ਸਕਿਆ। ਮੈਂ ਤੇ ਵਦਵੀ ਇਹ, ਮੇਰੇ ਨਾਲੋਂ ਵੱਡਾ ਗੁਣ ਹੈ ਤਿੰਨਾਂ ਮਹਾਤਮਾ ਬ੍ਰਹਮ ਬੇਤੀਆਂ ਰੂਪ ਸੁਹਾਗਣਾ ਦੇ ਵਿੱਚ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ, ਜਿਨ੍ਹਾਂ ਨੇ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ, ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਕੀਤਾ, ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਨਿਰਹੰਕਾਰ ਹੋ ਕੇ ਯਾਦ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਉਹ ਮਹਾਤਮਾ ਰੂਪ ਸਖੀਆਂ ਸੁਹਾਗਵਤੀਆਂ ਬਣ ਗਈਆਂ, ਉਹ ਸਾਡੇ ਨਾਲੋਂ ਚੰਗੀਆਂ ਸ਼ੁਭ ਗੁਣਾਂ ਵਾਲੀਆਂ ਹਨ। ਸੇ ਗੁਣ ਮੁਝੇ ਨ ਆਵਨੀ, ਮੁਝੇ ਪਾਠ ਨਹੀਂ ਹੈ, ਝੱਜੇ ਨੂੰ ਦਲਾਵਾ ਹੈ ਮੁਝੈ, ਸੇ ਗੁਣ ਮੁਝੈ ਨ ਆਵਈ। ਜੀਵ ਰੂਪ ਸਖੀ ਬੇਨਤੀ ਕਰਦੀ, ਮਹਾਰਾਜ ਉਹ ਜਿਹੜੇ ਸ਼ੁਭ ਗੁਣ ਹਨ ਉਹ ਮੇਰੇ ਅੰਦਰ ਨਹੀਂ ਆਉਣਾ ਕਰਦੇ, ਕਿਉਂਕਿ ਮੈਂ ਅਵਗੁਣਾਂ ਨੂੰ ਧਾਰਨ ਕੀਤਾ ਹੋਇਆ, ਅਵਗੁਣ ਹਾਰੀ ਹਾਂ, ਮੇਰੇ ਅੰਦਰ ਸ਼ੁਭ ਗੁਣ ਇੱਕ ਵੀ ਨਹੀਂ ਹੈ। ਜਿਨ੍ਹਾਂ ਸ਼ੁਭ ਗੁਣਾਂ ਕਰਕੇ ਉਹਨਾਂ ਮਹਾਤਮਾ ਰੂਪ ਸਖੀਆਂ ਨੇ ਪਰਮੇਸ਼ਰ ਨੂੰ, ਪਰਮਾਤਮਾ ਨੂੰ ਪਾਇਆ, ਉਹ ਸ਼ੁਭ ਗੁਣ, ਸ਼ੁਭ ਲੱਖਣ ਮੇਰੇ ਅੰਦਰ ਇੱਕ ਵੀ ਨਹੀਂ ਆਉਂਦਾ। ਕਹਿ ਜੀ ਦੋਸ ਧਰੇਹ, ਜੀਵ ਰੂਪ ਸਖੀ ਵਿਚਾਰੀ ਬੇਨਤੀ ਕਰਦੀ, ਮਹਾਰਾਜ ਫਿਰ ਮੈਂ ਕਿਹਦੇ ਅੰਦਰ ਦੋਸ਼ ਧਾਰਾਂ, ਕਿਹਦੇ ਵਿੱਚ ਦੋਸ਼ ਆਰੋਪਾਂ ਕਿ ਤੇਰੇ ਕਰਕੇ ਨੇ ਰੱਬ ਮੈਨੂੰ ਮਿਲਦਾ ਪਿਆ।
ਤੇਰੇ ਕਰਕੇ ਮੇਰੇ ਕਾਰਜ ਵਿੱਚ ਵਿਘਨ ਪੈਂਦਾ ਪਿਆ, ਪਰਮੇਸ਼ਰ ਦੀ ਪ੍ਰਾਪਤੀ ਦੇ ਕਾਰਜ ਵਿੱਚ ਰੁਕਾਵਟਾਂ ਪੈ ਰਹੀਆਂ, ਔਕੜਾਂ ਆ ਰਹੀਆਂ ਨੇ। ਮੈਂ ਕਿਹਨੂੰ ਦੋਸ਼ ਦੇਵਾਂ, ਕਿਉਂਕਿ ਸ਼ੁਭ ਗੁਣ ਮੈਂ ਆਪ ਨੇ ਧਾਰਨ ਕੀਤੇ, ਮੇਰੇ ਮਾੜੇ ਕਰਮਾਂ ਦਾ ਫਲ ਮੈਨੂੰ ਮਿਲਦਾ ਪਿਆ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। हे ਮਹਾਰਾਜ, ਮੈਂ ਕਿਸ ਨੂੰ ਜਾ ਕਰਕੇ ਦੋਸ਼ ਦੇਵਾਂ, ਕਿਉਂਕਿ ਸ਼ੁਭ ਗੁਣ ਮੈਂ ਆਪ ਨੇ ਧਾਰਨ ਕੀਤੇ, ਤੇ ਫਿਰ ਕਿਸੇ ਨੂੰ ਮੈਂ ਭਲਾ ਕਿਵੇਂ ਦੋਸ਼ ਦੇ ਸਕਦੀ ਆ। ਕਹਿ ਜੀ ਦੋਸ਼ ਧਰੇ ਹੋ, ਕਿਹਦੇ ਵਿੱਚ ਜਾ ਕਰਕੇ ਦੋਸ਼ ਧਾਰਨ ਕਰਾਂ। ਸਖੀ ਸਹੁਰਾਵਿਆ, ਜਿਨ੍ਹਾਂ ਮਹਾਤਮਾ ਬ੍ਰਹਮ ਬੇਟਿਆਂ ਰੂਪ ਸਖੀਆਂ ਨੇ ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਉਚਾਰਨ ਕੀਤਾ, ਰਾਵਿਆ, ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਿਆ ਹੈ। ਤਿਨ ਪੁੱਛੋਗੀ ਜਾਏ, ਫਿਰ ਉਹਨਾਂ ਮਹਾਤਮਾ ਰੂਪ ਸਖੀਆਂ ਸੁਹਾਗਣਾਂ ਦੇ ਕੋਲ ਜਾ ਕਰਕੇ ਪੁੱਛਾਂਗੇ ਕਿ ਤੁਸੀਂ ਕਿਵੇਂ ਪ੍ਰਮਾਤਮਾ ਨੂੰ ਪਾਇਆ, ਕਿਹੜੇ ਕਿਹੜੇ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਆਪਣੇ ਅੰਦਰ ਧਾਰਨ ਕੀਤੇ ਸਨ, ਜਿਸ ਕਰਕੇ ਪਿਆਰਾ ਪਤੀ ਪ੍ਰਮਾਤਮਾ ਤੁਹਾਡੇ ਤੇ ਪ੍ਰਸੰਨ ਹੋ ਗਿਆ। ਵਾਹਿਗੁਰੂ ਨੇ ਆਪਣੇ ਸਰੂਪ ਦਾ ਆਨੰਦ ਤੁਹਾਨੂੰ ਬਖਸ਼ਿਸ਼ ਕੀਤਾ। ਪਾਏ ਲੱਗੋ ਬੇਨਤੀ ਕਰੋ, ਜਾ ਕਰਕੇ ਉਹਨਾਂ ਦੇ ਚਰਨੀ ਲੱਗ ਕੇ ਫਿਰ ਮੈਂ ਬਾਰ-ਬਾਰ ਬੇਨਤੀਆਂ ਕਰਾਂਗੀ, ਕਿਉਂਕਿ ਜਿਨ੍ਹਾਂ ਨੂੰ ਰੱਬ ਮਿਲ ਜਾਂਦਾ ਉਹ ਫਿਰ ਸੰਸਾਰ ਤੋਂ ਅਲਮਸਤ ਸੁਭਾਅ ਦੇ ਬਣ ਜਾਂਦੇ ਆ। ਉਹ ਸੰਸਾਰ ਤੋਂ ਆਪਣੀ ਸੁਰਤ ਨੂੰ ਉਹ ਪਰਾਮ ਕਰ ਲੈਂਦੇ, ਬ੍ਰਹਮਾਕਾਰ ਆਪਣੀ ਸੁਰਤ ਬਣਾ ਕੇ ਰੱਖਦੇ ਆ। ਕਦੇ ਸੰਸਾਰ ਦੇ ਵਿੱਚ ਨਹੀਂ ਆਪਣਾ ਚਿੱਤ ਦਾ ਲਗਾਓ ਬਣਾਉਂਦੇ, ਕਿਸੇ ਦੀ ਪਰਵਾਹ ਨਹੀਂ ਹੁੰਦੀ। ਤਿਨਾ ਪ੍ਰਥਾਈ ਹਜੂਰ ਦੇ ਆਸਾ ਕੀ ਵਾਰ ਵਿੱਚ ਬਚਨ ਹਨ, ਪ੍ਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾਹ। ਉਸ ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ। ਐਸਾ ਉਹਨਾਂ ਬੰਦਗੀ ਕਰਨ ਵਾਲਿਆਂ ਦਾ ਉੱਚਾ ਸੁੱਚਾ ਜੀਵਨ ਬਣ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਪਾਈ ਲੱਗੋ ਬੇਨਤੀ ਕਰੋ, ਲਿਓਗੀ ਪੰਥ ਬਤਾਏ। ਮੈਂ ਜਾ ਕਰਕੇ ਉਹਨਾਂ ਦੇ ਚਰਨੀ ਲੱਗ ਕਰਕੇ ਬੇਨਤੀ ਕਰਾਂਗੀ। ਹੁਕਮ ਪਛਾਣੇ ਨਾਨਕਾ, ਲਿਓਗੀ ਪੰਥ ਬਤਾਏ, ਤੇ ਉਹ ਫਿਰ ਮੈਨੂੰ ਰਸਤਾ ਦੱਸ ਦੇਣਗੇ। ਜੋ ਮੈਨੂੰ ਰਸਤਾ ਦੱਸਣਗੇ ਨਾ ਕਿ ਇਸ ਰਸਤੇ ਤੇ ਚੱਲ, ਇਸ ਰਸਤੇ ਤੇ ਚੱਲ ਕੇ ਤੇਰੀ ਮੰਜ਼ਿਲ ਦੀ ਪ੍ਰਾਪਤੀ ਹੋਵੇਗੀ। ਇਸ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲ ਕੇ ਹੀ ਪਰਮਾਤਮਾ ਮਿਲੇਗਾ। ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਿੱਖ। ਸ਼ੁਭ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰ। ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖ ਰੀ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਪੇਖਰੀ। ਇਹ ਸ਼ੁਭ ਗੁਣ ਜੀਵਨ ਦੇ ਵਿੱਚ ਧਾਰਨ ਕਰ। ਪਹਿਲਾ ਗੁਣ ਇਹ ਹੈ ਕਿ ਬੰਦਗੀ ਕਰਨ ਵਾਲਿਆਂ ਦੀ ਦਾਸੀ ਬਣ। ਉਹਨਾਂ ਮਹਾਤਮਾ ਰੂਪ ਸਖੀਆਂ ਸੁਹਾਗਵਤੀਆਂ ਦੀ ਦਾਸੀ ਬਣ, ਜਿਨ੍ਹਾਂ ਨੇ ਪਤੀ ਨੂੰ ਪ੍ਰਮਾਤਮਾ ਨੂੰ ਪਾਇਆ। ਤਾਂ ਹੀ ਤੈਨੂੰ ਜਾਚ ਆਵੇਗੀ ਨਾ, ਤਾਂ ਹੀ ਸਿੱਖਿਆ ਪ੍ਰਾਪਤ ਹੋਵੇਗੀ ਨਾ, ਤਾਂ ਹੀ ਪਤਾ ਲੱਗੇਗਾ ਕਿ ਉਹਨਾਂ ਨੇ ਕਿਹੜੇ ਸ਼ੁਭ ਗੁਣਾਂ ਰੂਪੀ ਸ਼ਿੰਗਾਰਾਂ ਕਰਕੇ ਪ੍ਰਮਾਤਮਾ ਨੂੰ ਪਾਇਆ, ਕਿਹੜੇ ਰਸਤੇ ਤੇ ਚੱਲ ਕੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋਈ। ਜੇ ਉਹਨਾਂ ਦੀ ਸੰਗਤ ਕਰੇਂਗੀ, ਉਹਨਾਂ ਦੀ ਦਾਸੀ ਬਣ ਕੇ ਸੇਵਾ ਕਰੇਂਗੀ। ਨਿਰਹੰਕਾਰ, ਹੰਕਾਰ ਰੂਪੀ ਸੀਸ ਵੱਢ ਕਰਕੇ ਨਿਮਰਤਾਵਾਨ ਹੋ ਕੇ ਤਿਨਾਂ ਦੀ ਸੇਵਾ ਕਰਕੇ ਹੀ ਸਿੱਖਿਆ ਪ੍ਰਾਪਤ ਹੋਵੇਗੀ। ਤੇ ਫਿਰ ਸਗਲ ਗੁਣਾ ਗੁਣ ਉਤਮ, ਸਾਰੇ ਗੁਣਾਂ ਦੇ ਵਿੱਚੋਂ ਵੱਡਾ ਗੁਣ ਇਹ ਹੈ ਭਰਤਾ ਦੂਰ ਨਾ ਪੇਖਰੀ। ਜਿਹੜਾ ਤੇਰਾ ਭਰਤਾ ਪਤੀ ਹੈ ਨਾ, ਜਿਹਨੂੰ ਪਾਉਣਾ ਚਾਹੁੰਦੀ ਹੈ, ਉਹਨੂੰ ਕਦੇ ਆਪਣੇ ਤੋਂ ਦੂਰ ਨਾ ਦੇਖ। ਹਾਂ ਠੀਕ ਹੈ, ਤੇਰੀ ਮੱਤ ਤੇ ਭਰਮ ਦਾ ਪੜਦਾ ਪਿਆ ਤਾਂ ਤੈਨੂੰ ਦਿਸਦਾ ਨਹੀਂ, ਤੇਰੇ ਕੋਲ ਵਿਚਾਰ ਦੀ ਨਿਗਾਹ ਨਹੀਂ ਹੈ, ਪਰ ਅੰਦਰ ਭਾਵਨਾ, ਅੰਦਰ ਸ਼ਰਧਾ, ਨਿਸ਼ਚਾ ਇਦਾਂ ਦਾ ਧਾਰਨ ਕਰਕੇ ਮੇਰਾ ਪਤੀ ਤੇ ਮੈਨੂੰ ਦੇਖਦਾ ਪਿਆ ਹੀ ਹੈ ਨਾ। ਠੀਕ ਹੈ, ਮੇਰੀ ਮੱਤ ਤੇ ਪੜਦਾ ਪਿਆ, ਮੈਨੂੰ ਰੱਬ ਦਿਸਦਾ ਨਹੀਂ, ਪਰ ਉਹ ਰੱਬ ਤਾਂ ਮੈਨੂੰ ਦੇਖਦਾ ਪਿਆ ਹੀ ਹੈ ਨਾ। ਇਦਾਂ ਦੀ ਮਨ ਵਿੱਚ ਭਾਵਨਾ ਬਣਾ ਕਰਕੇ ਰੱਖਣਾ ਕਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਪਾਏ ਲੱਗੋ ਬੇਨਤੀ ਕਰੋ, ਲਿਓਗੀ ਪੰਥ ਬਤਾਏ। ਮੈਂ ਉਹਨਾਂ ਦੇ ਮਹਾਤਮਾ ਮਹਾਂਪੁਰਖਾਂ ਦੇ ਚਰਨੀ ਲੱਗ ਕਰਕੇ ਹੱਥ ਜੋੜ ਜੋੜ ਕਰਕੇ ਬੇਨਤੀਆਂ ਕਰਾਂਗੇ। ਉਹ ਫਿਰ ਮੈਨੂੰ ਰਸਤਾ ਦੱਸ ਦੇਣਗੇ ਕਿ ਇਸ ਰਸਤੇ ਤੇ ਚੱਲ ਕੇ ਪਰਮੇਸ਼ਰ ਮਿਲੇਗਾ। ਹੁਕਮ ਪਛਾਣੈ ਨਾਨਕਾ, ਤਾਂ ਫਿਰ ਕੀ ਰਸਤਾ ਦੱਸਿਆ ਹੈ? ਹੁਕਮ ਪਛਾਣੈ ਨਾਨਕਾ। ਸਤਿਗੁਰੂ ਜੀ ਕਹਿੰਦੇ ਹਨ ਪਰਮਾਤਮਾ ਦੇ ਹੁਕਮ ਦੀ ਪਹਿਚਾਣ ਕਰ। ਹੁਕਮ ਕੀ ਹੈ? ਪਰਮੇਸ਼ਰ ਦਾ ਨਾਮ ਜਪਣਾ,
ਹੁਕਮ ਕੀ ਹੈ? ਪਰਮੇਸ਼ਰ ਦੇ ਭਾਣੇ ਵਿੱਚ ਚੱਲਣਾ। ਹੁਕਮ ਕੀ ਹੈ? ਨਿਰਹੰਕਾਰ ਹੋ ਕੇ ਸੇਵਾ ਕਰਨੀ। ਇਹ ਪ੍ਰਮਾਤਮਾ ਦਾ ਹੁਕਮ ਹੈ। ਜੇ ਇਸ ਹੁਕਮ ਦੀ ਪਹਿਚਾਣ ਕਰ ਲਵੇ, ਜੀਵਨ ਦੇ ਵਿੱਚ ਇਹ ਸ਼ੁਭ ਗੁਲਖਣਾ ਨੂੰ ਧਾਰਨ ਕਰ ਲਵੇ। ਭਉ ਚੰਦਨ ਲਾਵੇ। ਮਹਾਰਾਜ ਕਹਿੰਦੇ ਨਾਲ ਫਿਰ ਇਹ ਸ਼ੁਭ ਗੁਣਾ ਰੂਪੀ ਸ਼ਿੰਗਾਰ ਵੀ ਆਪਣੇ ਜੀਵਨ ਵਿੱਚ ਧਾਰਨ ਕਰਨਾ ਕਰੇ। ਇਹ ਮਹਾਤਮਾ ਰੂਪ ਸਖੀ ਦੇ ਕੋਲ ਜਾ ਕੇ ਜੀਵ ਰੂਪ ਸਖੀ ਬੇਨਤੀ ਕਰਦੀ, ਪੁੱਛਦੀ ਹੈ ਕਿਵੇਂ ਤੁਹਾਨੂੰ ਪ੍ਰਮਾਤਮਾ ਮਿਲਿਆ ਹੈ। ਤੋ ਅੱਗੋਂ ਜਵਾਬ ਮਿਲਿਆ, ਕਹਿਣ ਲੱਗੇ ਭਉ ਚੰਦਨ ਲਾਵੇ। ਪਰਮੇਸ਼ਰ ਦਾ ਭੈ ਧਾਰਨ ਕਰਨਾ, ਇਹ ਚੰਦਨ ਦਾ ਲੇਪਨ ਕਰਨਾ ਕਰ। ਇਹ ਨਹੀਂ ਹੈ ਕਿ ਪ੍ਰਤੱਖ ਚੰਦਨ ਦਾ ਲੇਪਨ ਕਰੀ ਜਾਵੇ ਤੇ ਪ੍ਰਮਾਤਮਾ ਦੇ ਵਿਛੋੜੇ ਦੀ ਤੜਫ ਅੰਦਰ ਜਿਹੜੀ ਤਪਸ਼ ਹੈ ਉਹ ਮਿਟ ਜਾਵੇਗੀ। ਨਾ, ਪਰਮੇਸ਼ਰ ਦਾ ਭੈ ਰੂਪੀ ਚੰਦਨ ਮਹਾਰਾਜ ਕਹਿੰਦੇ ਧਾਰਨ ਕਰ, ਇਹਦਾ ਲੇਪਨ ਕਰ, ਤਾਂ ਫਿਰ ਤੇਰੇ ਅੰਦਰ ਪ੍ਰਮਾਤਮਾ ਦੇ ਵਿਛੋੜੇ ਦੀ ਜਿਹੜੀ ਤੜਪ ਹੈ, ਤਪਸ਼ ਹੈ, ਮਨ ਤੇਰਾ ਤਪਦਾ ਰਹਿੰਦਾ ਵਿਛੋੜੇ ਦੇ ਦੁੱਖ ਕਰਕੇ ਕਿ ਮੈਨੂੰ ਪ੍ਰਮਾਤਮਾ ਮਿਲਿਆ ਨਹੀਂ। ਮੈਂ ਕਿੰਨਾ ਸਮਾਂ ਹੋ ਗਿਆ ਬੰਦਗੀ ਕਰਦਿਆਂ, ਨਾਮ ਦੀ ਸਾਧਨਾ ਕਰਦਿਆਂ, ਜਪ ਤਪ ਕਰਦਿਆਂ, ਅਜੇ ਤੱਕ ਰੱਬ ਮੈਨੂੰ ਮਿਲਿਆ ਨਹੀਂ ਹੈ। ਮਹਾਰਾਜ ਕੇ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਦੀ ਤਪਸ਼ ਤਾਂ ਤੇਰੀ ਮਿਟੇਗੀ ਜੀ ਪ੍ਰਮਾਤਮਾ ਦਾ ਭੈ ਰੂਪੀ ਚੰਦਨ ਧਾਰਨ ਕਰੇ। ਗੁਣ ਕਾਮਣ ਕਾਮਣ ਕਰੈ। ਫਿਰ ਜੀਵਨ ਦੇ ਅੰਦਰ ਸ਼ੁਭ ਗੁਣਾਂ ਨੂੰ ਕਿਹੜੇ ਕਿਹੜੇ ਗੁਣਾਂ ਨੂੰ ਧਾਰਨ ਕਰਨਾ। ਗੁਣ ਕਾਮਣ ਕਾਮਣ ਕਰੈ। ਕਾਮਣ ਇੱਕ ਨਾਣੀ ਨੂੰ ਸਿਹਾਰੀ, ਉਹਦਾ ਅਰਥ ਕਾਮਣੀ ਭਾਵ ਇਸਤਰੀ ਹੈ। ਜੀਵ ਰੂਪ ਸਖੀ ਐਸੇ ਸ਼ੁਭ ਗੁਣ ਨੂੰ ਧਾਰਨ ਕਰਨਾ ਕਰੇ। ਐਵੇਂ ਨਾ ਕਦੇ ਕੋਈ ਦੁਨੀਆ ਦਾ ਮੰਤਰ ਕੋਈ ਟੂਣਾ ਟਾਮਣ ਕਰਨ ਲੱਗ ਪਵੇ। ਇਹ ਇਦਾਂ ਦੀ ਸੰਸਾਰ ਦੇ ਜੀਵਾਂ ਦੀ ਹਾਲਤ ਹੈ। ਕਈ ਵਾਰ ਪਤਨੀ ਆਪਣੇ ਪਤੀ ਨੂੰ ਵਸ ਵਿੱਚ ਕਰਨ ਦੇ ਵਾਸਤੇ ਕਦੇ ਕਿਸੇ ਤਰ੍ਹਾਂ ਦਾ ਮੰਤਰ ਪੜ੍ਹਦੀ ਹੈ, ਕਦੇ ਕਿਸੇ ਤਰ੍ਹਾਂ ਜਾਦੂਗਰ ਕੋਲ ਜਾ ਕੇ ਜਾਦੂ ਕੋ ਮੰਤਰ ਕੋ ਟੂਣਾ ਟਾਮਣ ਕਰ ਲੈਣਾ, ਜਾਂ ਫਿਰ ਭੋਜਨ ਪ੍ਰਸ਼ਾਦੇ ਵਿੱਚ ਕੁਝ ਨਾ ਕੁਝ ਮਿਲਾ ਕੇ ਦੇ ਜਾਣਾ। ਉਹ ਭਾਵੇਂ ਬੌਰਾ ਹੋ ਜਾਵੇ, ਝੱਲਾ ਹੋ ਜਾਵੇ, ਆਪਣੇ ਵਸ ਵਿੱਚ ਕਰਨ ਵਾਸਤੇ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਜਾਵੇ, ਫਿਰ ਦੁਨੀਆ ਦਾ ਪਤੀ ਤਾਂ ਕੀ, ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਪ੍ਰਮਾਤਮਾ ਪਤੀ ਵੀ ਵਸ ਵਿੱਚ ਹੋ ਜਾਂਦਾ ਹੈ। ਦੁਨੀਆ ਦਾ ਪਤੀ ਤਾਂ ਕੀ ਗੱਲ ਹੈ। ਸ਼ੇਖ ਬ੍ਰਹਮ ਫਰੀਦ ਦੇ ਨਾਲ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਿਲਾਪ ਹੋਇਆ ਸੀ। ਉਹਨੇ ਸਵਾਲ ਪੁੱਛਿਆ ਸੀ, ਮਹਾਰਾਜ ਮੈਂ ਕਿਹੜੇ ਸ਼ੁਭ ਗੁਣਾਂ ਨੂੰ ਧਾਰਨ ਕਰਾਂ, ਕਿੱਦਾਂ ਦਾ ਮੈਂ ਤਨ ਤੇ ਲਿਬਾਸ ਧਾਰਨ ਕਰਾਂ, ਕਿਹੜਾ ਮੈਂ ਮੰਤਰ ਪੜਾਂ, ਕਿਹੜਾ ਟੂਣਾ ਕਰਾਂ, ਜਿਸ ਕਰਕੇ ਸਾਰੀ ਲੋਕਾਈ ਦਾ ਮਾਲਕ ਪਤੀ ਪ੍ਰਮਾਤਮਾ ਮੇਰੇ ਵਸ ਵਿੱਚ ਹੋ ਜਾਵੇ। ਹਜੂਰ ਦੇ ਮੁਖ ਵਾਕ ਹਨ ਗੁਰਬਾਣੀ ਅੰਦਰ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੀ ਕੰਤ। ਇਹ ਤਿੰਨ ਸਵਾਲ ਪੁੱਛੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਹਜੂਰ ਨੇ ਇਹਨਾਂ ਦਾ ਜਵਾਬ ਦਿੱਤਾ, ਨਿਵਣ ਸੋ ਅੱਖਰ ਖਵਣ ਗੁਣ। ਪਹਿਲਾ ਗੁਣ ਹੈ ਨਿਮਰਤਾਵਾਨ ਹੋ ਕੇ ਰਹਿਣਾ। ਖਵਣ ਤੋਂ ਭਾਵ ਕਿਸੇ ਦੇ ਕਹੇ ਹੋ ਕਠੋਰ ਬਚਨਾਂ ਨੂੰ ਸਹਾਰ ਲੈਣਾ, ਇਹ ਦੂਜਾ ਗੁਣ ਹੈ। ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆ ਮੰਤ। ਤੇ ਮੰਤਰ ਫਿਰ ਇਹ ਪੜਨਾ ਹੈ, ਰਸਨਾ ਤੋਂ ਮਿੱਠੇ ਬੋਲ ਬੋਲਣੇ, ਕਿਉਂਕਿ ਜ਼ੁਬਾਨ ਹੀ ਬੰਦੇ ਨੂੰ ਰਾਜ ਭਾਗ ਤੇ ਦਿਵਾਉਂਦੀ ਹੈ। ਤੇ ਇਹ ਸਾਧ ਸੰਗਤ ਦੀ ਜ਼ੁਬਾਨ ਜਿਹੜੀ ਹੈ ਨਾ, ਰਾਜ ਭਾਗ ਤੋਂ ਲਹਾ ਦਿੰਦੀ ਹੈ। ਇਹ ਜ਼ੁਬਾਨ ਇਦਾਂ ਦੀ ਇਹਦੇ ਕੋਲ ਸ਼ਕਤੀ ਹੈ, ਜਿੱਦਾਂ ਦੀ ਇਹ ਜ਼ੁਬਾਨ ਦੇ ਨਾਲ ਮਨੁੱਖ ਵਰਤੋਂ ਕਰਦਾ। ਤੇ ਕਈ ਵਾਰ ਜ਼ੁਬਾਨ ਦੇ ਰਸ ਕਰਕੇ ਹੀ ਜ਼ਿੰਦਗੀ ਦੇ ਵਿੱਚ ਕਿੰਨਾ ਕੋਈ ਸਾਧ ਸੰਗਤ ਜੀ ਕਲ ਕਲੇਸ਼ ਝਗੜਾ ਕੁਟਾਪਾ ਵੀ ਇਹ ਜ਼ੁਬਾਨ ਹੀ ਕਈ ਵਾਰ ਚੜਾ ਦਿੰਦੀ ਹੈ, ਮਨੁੱਖ ਦੇ ਬੋਲ ਬਾਲੇ ਤੋਂ ਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਨਿਮਨ ਸੋ ਅੱਖਰ ਖਾਵਣ ਗੁਣ, ਜਿਹਬਾ ਮਣੀਆ ਮੰਤ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਨਿਮਰਤਾ, ਕਹੇ ਹੋਏ ਕਠੋਰ ਸ਼ਬਦਾਂ ਨੂੰ ਸਹਾਰਨਾ, ਫਿਰ ਰਸਨਾ ਤੋਂ ਮਿੱਠੇ ਬੋਲ ਬੋਲਣੇ, ਇਹ ਤਿੰਨ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਧਾਰਨ ਕਰ ਲੈ, ਰੱਬ ਆਪ ਹੀ ਤੇਰੇ ਵਸ ਵਿੱਚ ਹੋ ਜਾਵੇਗਾ। ਫਿਰ ਹੋਰ ਦਰ ਦਰ ਤੇ ਭਟਕਣ ਦੀ ਲੋੜ ਨਹੀਂ, ਪਰਮਾਤਮਾ ਆਪ ਹੀ ਪ੍ਰਗਟ ਹੋ ਕਰਕੇ ਤੈਨੂੰ ਦਰਸ਼ਨ ਬਖਸ਼ੇਗਾ। ਤੋ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਗੁਣ ਕਾਮਣ ਕਾਮਣ ਕਰੈ।
ਜੇ ਕਿਤੇ ਇਹਨਾਂ ਸ਼ੁਭ ਗੁਣਾ ਰੂਪੀ ਮੰਤਰਾਂ ਨੂੰ ਜੀਵ ਰੂਪ ਸਾਖੀ ਕਾਮਣੀ ਧਾਰਨ ਕਰ ਲਵੇ, ਉਹ ਪਿਆਰੇ ਕੋ ਪਾਵੈ, ਤਾਂ ਉਸ ਪਿਆਰੇ ਪ੍ਰਮਾਤਮਾ ਨੂੰ ਪਾ ਸਕੇਗੀ। हे ਜੀਵ ਰੂਪ ਸਖੀ, ਤਾਂ ਹੀ ਤੂੰ ਪਤੀ ਪਰਮੇਸ਼ਰ ਨੂੰ ਪਾਵੇਂਗੀ ਜੇ ਸ਼ੁਭ ਗੁਣਾ ਰੂਪੀ ਮੰਤਰ ਨੂੰ ਧਾਰਨ ਕਰੇਂਗੀ। ਜੋ ਦਿਲ ਮਿਲਿਆ ਸੋ ਮਿਲ ਰਹਿਆ। ਮਹਾਰਾਜ ਸੰਸਾਰ ਦੇ ਵਿੱਚ ਬੜੇ ਲੋਕ ਕਹਿੰਦੇ ਸਾਨੂੰ ਰੱਬ ਮਿਲ ਗਿਆ ਹੈ। ਮਹਾਰਾਜ ਕਹਿੰਦੇ ਹਾਂ, ਕਹਿੰਦੇ ਤਾਂ ਹਨ, ਪਰ ਅਸਲ ਦੇ ਵਿੱਚ ਉਦੋਂ ਇਹ ਜੀਵ ਰੱਬ ਦੇ ਨਾਲ ਮਿਲਦਾ ਜਦੋਂ ਦਿਲ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ, ਹਿਰਦੇ ਹੋ ਕੇ ਰੱਬੀ ਯਾਦ ਵਿੱਚ ਜੁੜਦਾ ਹੈ, ਮਨ ਕਰਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ। ਤਨ ਕਰਕੇ ਤਾਂ ਭਾਵੇਂ ਹਰ ਕੋਈ ਕਹੀ ਜਾਂਦਾ ਜੀ ਰੱਬ ਮਿਲ ਗਿਆ, ਰੱਬ ਮਿਲ ਗਿਆ। ਨਹੀਂ, ਜਿਨ੍ਹਾਂ ਨੂੰ ਮਿਲ ਗਿਆ ਰੌਲਾ ਨਹੀਂ ਪਾਉਂਦੇ, ਉਹ ਨਹੀਂ ਕਹਿੰਦੇ ਕਿ ਸਾਨੂੰ ਰੱਬ ਮਿਲ ਗਿਆ। ਉਹ ਭਰੇ ਹੋ ਘੜੇ ਦੀ ਤਰ੍ਹਾਂ ਆਵਾਜ਼ ਨਹੀਂ ਕਰਦੇ, ਰੌਲਾ ਨਹੀਂ ਪਾਉਂਦੇ। ਜਿਨ੍ਹਾਂ ਨੂੰ ਨਹੀਂ ਮਿਲਿਆ ਖਾਲੀ ਘੜੇ ਦੀ ਤਰ੍ਹਾਂ ਬੜਾ ਰੌਲਾ ਪਾਉਂਦੇ, ਉੱਚੀ ਉੱਚੀ ਆਪ ਮੁਹਾਰੇ ਬੋਲ ਕੇ ਕਹਿੰਦੇ ਜੀ ਸਾਨੂੰ ਰੱਬ ਮਿਲ ਗਿਆ, ਅਸੀਂ ਬ੍ਰਹਮ ਗਿਆਨੀ ਬਣ ਗਏ ਹਾਂ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜੋ ਦਿਨ ਮਿਲਿਆ ਸੋ ਮਿਲ ਰਹਿਆ। ਉਹੋ ਹੀ ਪ੍ਰਮਾਤਮਾ ਦੇ ਨਾਲ ਮਿਲਿਆ ਰਹਿੰਦਾ ਜਿਹੜਾ ਦਿਲ ਕਰਕੇ ਰੱਬ ਦੇ ਨਾਲ ਮਿਲਿਆ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਦੇ ਕੱਚਿਆ। ਉਹ ਕੱਚੇ ਕਹੀਦੇ ਆ ਜਿਨ੍ਹਾਂ ਦੇ ਅੰਦਰ ਕੁਝ ਹੋਰ ਛਾਲਿਆ, ਲੋਕਾਂ ਨੂੰ ਠੱਗਣ ਦੇ ਮਨ ਦੇ ਅੰਦਰ ਵਿਚਾਰ ਬਣਾ ਕੇ ਠਾਨੀ ਹੈ, ਪਰ ਬਾਹਰੋਂ ਲਿਬਾਸ ਬਣਾਇਆ ਬੰਦਗੀ ਕਰਨ ਵਾਲਿਆਂ ਵਾਲਾ, ਮਹਾਂਪੁਰਖਾਂ ਵਾਲਾ, ਸਾਧੂਆਂ ਵਾਲਾ, ਪਰ ਅੰਦਰ ਠੱਗ ਬਿਰਤੀ ਧਾਰਨ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਸੱਚੇ ਰੱਬ ਦੇ ਆਸ਼ਿਕ ਨਹੀਂ ਕਦੇ ਕਿਹਾ ਜਾ ਸਕਦਾ। ਸੱਚੇ ਉਹੋ ਹੀ ਹੈ ਜਿਨ੍ਹਾਂ ਨੇ ਹਿਰਦੇ ਅੰਦਰ ਸਚਿਆਰਤਾ ਧਾਰਨ ਕੀਤੀ, ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਦੇ ਹਨ। ਜੋ ਦਿਨ ਮਿਲਿਆ ਸੋ ਮਿਲ ਰਹਿਆ, ਅਥਵਾ ਜਿਹੜਾ ਦਿਲ ਕਰਕੇ ਪ੍ਰਮਾਤਮਾ ਦੇ ਨਾਲ ਮਿਲਿਆ ਮਿਲ ਰਹਿਆ, ਸੰਸਾਰ ਦੇ ਮਿਲਾਪ ਤੋਂ ਰਹਿ ਗਿਆ। ਉਹਨੂੰ ਸੰਸਾਰ ਦੇ ਨਾਲ ਨਹੀਂ ਕਦੇ ਵੀ ਕੋਈ ਮਨ ਦੇ ਵਿੱਚ ਮੋਹ ਜਾਗਦਾ। ਸ਼ਰੀਰਾਂ ਦਾ ਮੋਹ, ਪਦਾਰਥਾਂ ਦੀ ਮਮਤਾ, ਮੇਰ ਤੇਰੀ ਸਭ ਉਹਨਾਂ ਦੇ ਅੰਦਰੋਂ ਚੁੱਕ ਜਾਂਦੀ ਹੈ, ਅਭਾਵ ਹੋ ਜਾਂਦੀ। ਜਿਹੜਾ ਦਿਲ ਕਰਕੇ ਪਰਮੇਸ਼ਰ ਦੇ ਨਾਲ ਮਿਲ ਜਾਂਦਾ ਹੈ, ਮਿਲਿਆ ਕਹੀਐ ਰੇ ਸੋਈ। हे ਜੀਵ ਉਸੇ ਨੂੰ ਹੀ ਮਿਲਿਆ ਕਹੀਦਾ ਹੈ ਜਿਹੜਾ ਹਿਰਦੇ ਹੋ ਕੇ ਪ੍ਰਮਾਤਮਾ ਦੇ ਨਾਲ ਮਿਲਿਆ ਹੋਵੇ। ਇਹ ਬਹੁ ਤੇਰਾ ਲੋਚੀਐ, ਜੇ ਬਹੁਤਾ ਵੀ ਕੋਈ ਯਤਨ ਕਰਦਾ ਹੈ, ਲੋਚਦਾ ਹੈ, ਬਹੁਤਾ ਬਾਰ-ਬਾਰ ਚੇਤੇ ਕਰਦਾ ਹੈ, ਬਾਤੀ ਮਿਲ ਨਾ ਹੋਈ। ਗੱਲੀ ਬਾਤੀ ਕਹੀ ਜਾਵੇ ਕਿ ਮੈਨੂੰ ਪ੍ਰਮਾਤਮਾ ਮਿਲ ਗਿਆ, ਪਰ ਮਹਾਰਾਜ ਕਹਿੰਦੇ ਬਾਤੀ ਮੇਲ ਨਾ ਹੋਈ। ਗੱਲਾਂ ਬਾਤਾਂ ਦੇ ਨਾਲ ਥੋੜਾ ਰੱਬ ਮਿਲਦਾ ਹੈ। ਐਵੇਂ ਕਦੇ ਕਿਸੇ ਦੀ ਭੰਡੀ ਕਰ ਲਈ, ਕਦੇ ਕਿਸੇ ਦੀ ਨਿੰਦਿਆ, ਸਾਰਾ ਦਿਨ ਚੁਗਲੀਆਂ ਕਰ ਲਈਆਂ ਤੇ ਫਿਰ ਆਖਣਾ ਜੀ ਅਹੰ ਬ੍ਰਹਮ ਅਸਮੀ, ਸਾਨੂੰ ਰੱਬ ਮਿਲ ਗਿਆ। ਨਾ, ਏਦਾਂ ਰੱਬ ਨਹੀਂ ਮਿਲਦਾ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛ ਕਰਕੇ ਦੇਖੀਏ ਕਿਵੇਂ ਪ੍ਰਮਾਤਮਾ ਮਿਲਦਾ। ਕਹਿੰਦੇ ਹਨ ਜਦੋਂ ਤੱਕ ਸ਼ਬਦ ਦੀ ਕਮਾਈ ਨਹੀਂ ਨਾ ਕਰਦਾ ਉਦੋਂ ਤੱਕ ਕਦੇ ਰੱਬ ਨਹੀਂ ਮਿਲਣ ਵਾਲਾ, ਭਾਵੇਂ ਜਿੰਨੇ ਮਰਜ਼ੀ ਪਖੰਡ ਪਾਦ ਕਰ ਕਰਕੇ ਦੇਖ ਲਵੇ, ਲੋਕਾਂ ਦੀ ਅੱਖੀਂ ਘਟਾ ਪਾ ਲਵੇ, ਅੱਖਾਂ ਬੰਦ ਕਰਕੇ ਤਾਰਬੀਨ ਦਾ ਤੇਲ ਲਾ ਕੇ ਬੜਾ ਵਿਰਾਗੀ ਪ੍ਰਗਟ ਕਰ ਕਰਕੇ ਦਿਖਾਵੇ ਕਿ ਮੈਨੂੰ ਤੇ ਵਿਰਾਗ ਹੀ ਬੜਾ ਪ੍ਰਗਟ ਹੁੰਦਾ। ਬੜੇ ਮਹਾਰਾਜ ਕਹਿੰਦੇ ਭਾਵੇਂ ਲੋਕਾਂ ਦੀ ਅੱਖੀਂ ਘਟਾ ਪਾ ਲਵੇ, ਪਰ ਗਾਏ ਸੁਨੈ ਆਂਖੇ ਮੀਚੈ ਪਾਈਐ ਨਾ ਪਰਮ ਪਦ, ਜਾਓ ਲਓ ਉਪਦੇਸ਼, ਜਾਓ ਲਓ ਗੁਰ ਉਪਦੇਸ਼ ਨਾ ਕਮਾਈ ਹੈ। ਮਹਾਰਾਜ ਜੀ ਦਾ ਉਪਦੇਸ਼ ਲੈ ਕੇ ਜਦੋਂ ਤੱਕ ਸ਼ਬਦ ਦੀ ਕਮਾਈ ਨਹੀਂ ਕਰਦਾ ਉਦੋਂ ਤੱਕ ਨਹੀਂ ਕਦੇ ਪ੍ਰਮਾਤਮਾ ਨੂੰ ਪਾ ਸਕਦਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ, ਜੇ ਬਹੁ ਤੇਰਾ ਲੋਚੀ ਹੈ ਬਾਤੀ ਮੇਲ ਨਾ ਹੋਈ। ਗੱਲਾਂ ਬਾਤਾਂ ਦੇ ਨਾਲ ਨਹੀਂ ਕਦੇ ਜੀਵ ਪਰਮੇਸ਼ਰ ਮਿਲਣ ਵਾਲਾ। ਧਾਤ ਮਿਲੈ ਪੁਨ ਧਾਤ ਕਉ, ਜਿਵੇਂ ਇੱਕ ਲੋਹੇ ਦੀ ਧਾਤ ਹੈ ਦੂਜੀ ਲੋਹੇ ਦੀ ਧਾਰ ਦੇ ਨਾਲ ਮਿਲਣਾ ਕਰਦੀ ਹੈ, ਔਰ ਇਸੇ ਪ੍ਰਕਾਰ ਧਾਤ ਨਾਮ ਭੱਜ ਦੌੜਦਾ ਵੀ ਹੈ। ਜਿਹੜਾ ਮਨੁੱਖ ਭੱਜਦਾ ਹੈ ਦੂਜੇ ਭੱਜਦੇ ਹੋਏ ਦੇ ਨਾਲ ਮਿਲਣਾ ਕਰਦਾ ਹੈ। ਲਿਵ ਲਿਵੇ ਕੋ ਧਾਵੈ, ਇਸੇ ਪ੍ਰਕਾਰ ਜਿਹੜਾ ਲਿਵ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੋੜਦਾ ਉਹ ਲਿਵ ਰੂਪ ਹੋ ਕੇ ਪ੍ਰਮਾਤਮਾ ਦੀ ਅਭੇਦਤਾ ਪਾਉਂਦਾ ਹੈ। ਜ਼ਿੰਦਗੀ ਵਿੱਚ ਜਿਹੜਾ ਮਨੁੱਖ ਇੱਕ ਦੌੜਦੇ ਹੋਏ ਮਨੁੱਖ ਦੀ ਬਰਾਬਰਤਾ ਕਰਨੀ ਚਾਹੇ, ਉਹਦੇ ਨਾਲ ਮਿਲਣਾ ਚਾਹੇ ਤੇ ਉਹਦੇ ਪਿੱਛੇ ਦੌੜਨਾ ਪੈਂਦਾ। ਜਿਵੇਂ ਇੱਕ ਲੋਹਾ
दो वखरे वखरे लोहे के दो टोटे है, साध संगत जी उन्होंने मिलाया जाए तां ही उन्हों का मिलाप होवेगा। दो टोटे है वखरे पे है, जो उन्होंने मिलिया जाए तां उहदे नाल मिलदा है। इस प्रकार एक धार दूजे धार दे नाल मिलाइए तां मिलदी है। महाराज सच्चे पातशाह कहंदे जिहड़ी लिव संसाराकार बनाई नूं ब्रह्माकार बना तां उस परमात्मा दे नाल मिलेगा। जिहड़ी भज दौड़ संसार दे वल करदा पिया इसे करके तैनूं संसार मिलदा है। जे पदार्थां वल भज दौड़ करदा पदार्थ मिलदे है, धन वाले पासे भज दौड़ करदा धन मिलदा है। रंगा रंगा दी दुनिया नूं देखण दे विच लच्चरपुणा नाच तमाशा जिस पासे भी भज दौड़ करदा है उत्थे जाके उहदे नाल तूं मिल जांदा है। ते जे किते इन्नी भज दौड़ इन्नी एकाग्रता इन्ना ध्यान जोड़ के रब दे वल भज दौड़ करे किते रब्बा हे परमात्मा तू मैनूं मिल जा, महाराज कहंदे फिर परमात्मा एक दिन तैनूं मिल पवेगा। क्योंकि जिन्नी तीव्रता नाल मनुख दुनियावी काम करदा है इन्ना ध्यान इन्नी चित बिरती नूं जोड़ के किते परमात्मा नूं चेते करे, परमात्मा दे हिरदे विचों साक्षात रूप हो के प्रगट हो के नूं मिल सकदा है। पर महाराज कहंदे जिस पासे भज दौड़ करदा ओह कुछ ही जीव नूं प्राप्त हुंदा पिया। जिद्दां दी मन दे अंदर इच्छा है दुनियावी सुखां दी, माया दे सुखां दी, विषय सुखां दी, पदार्थ बहुते मिल जाण, बहुता धन मिल जावे, बहुतियां जमीनां जायदादां मिल जाण, बस इहो कुछ ही इच्छा रखदा ते मिलदा भी ओह कुछ ही है। परमात्मा नहीं मिलदा, परमात्मा उन्हां नूं मिलदा जिहड़े परमात्मा दी इच्छा करदे है। हे महाराज हे गरीब नवाज केवल आप जी दे चरणां दा प्यार महाराज सच्चे पातशाह सानू पाउंदा है। ना दुनिया दे राज भाग मुक्त बपड़ी भी ज्ञानी त्यागे, ज्ञानवान पुरख मुक्ति नूं भी त्याग दिंदे ऐ। असीं इहनूं की करना है? सानू परमात्मा अकाल पुरख वाहिगुरू ज्ञान दी दात बख्शिश करे। राज ना चाहो मुक्त ना चाहो मन प्रीत चरण कमलारे। केवल परमेश्वर दे चरणां दा प्यार ही गुरमुख प्यारे मंगदे है। जिन्हां नूं परमात्मा सोझी बख्शिश करदा है तो हजूर ने उचारण किया लिव लिवै को धावै। हे जीव जिहड़ी लिव तेरी सुरती बिरती है ना संसाराकार इनू ब्रह्माकार बना। वाहिगुरू दे चरणां वल इस नूं भजाउणा कर, इस नूं रब दे दर्शाए होए मार्ग ते दड़ाउणा कर। गुर प्रसादी जाणीਐ। गुरु कृपा द्वारा ही परमात्मा नूं जाणीदा है। प्रसादी जिन्हां ते कृपा होई तिन्हां ने जाणिया है। तो अनको पावै। जेड़ा जीव अपने स्वरूप नूं जाणदा है कि मना तू परमात्मा दी अंश है तो अनुभव पावै तां निरभैता पदवी नूं पाउंदा परमात्मा नूं। पहला अपने अंदर नूं जाणदा कि मना तू कौन है, किस लई आया संसार दे अंदर, की कर रहा है, तेनू करना की चाहिदा। पहला महाराज कहंदे अपने दी आपे स्वरूप दी पहचान करदा। मन तू जोत स्वरूप है, हे मना तू परमात्मा दा ही स्वरूप है। अपना मूल पछाण मन हर जी तेरा नाल है, गुरमति रंग मान। गुरु की मत द्वारा वाहिगुरू दे स्वरूप दा आनंद मान। ਐਵੇਂ ਫਿੱਕੇ ਜਿਹੇ ਸੰਸਾਰ ਦੇ ਰਸਾਂ ਵਿੱਚ ਵਿਸ਼ੇ ਸੁਖਾਂ ਦੇ ਵਿੱਚ ਪਰਚਿਆ ਰਹਿੰਦਾ ਮਨਾ ਤੂੰ ਪਰਮਾਤਮਾ ਦੇ ਸਰੂਪ ਦਾ ਆਨੰਦ ਮਾਣ। ਤੇਰੇ ਹਿਰਦੇ ਅੰਦਰ ਜੋਤ ਰੂਪ ਹੋ ਕੇ ਪ੍ਰਕਾਸ਼ ਕਰਦਾ ਪਿਆ। ਮਹਾਰਾਜ ਕਹਿੰਦੇ ਗੁਰੂ ਕਿਰਪਾ ਦੁਆਰਾ ਜਦੋਂ ਜਾਣਦਾ ਹੈ ਤਾਂ ਅਨੁਭਵ ਪਾਵੇ ਤਾਂ ਉਸ ਵਾਹਿਗੁਰੂ ਦੇ ਸਰੂਪ ਨੂੰ ਨਿਰਭੈਤਾ ਪਦਵੀ ਨੂੰ ਪਾਵੰਦਾ ਹੈ। ਪਾਨਾ ਵਾੜੀ ਹੋਏ ਘਰ। ਜਿਵੇਂ ਸਾਰੀ ਸੰਗਤ ਜੀ ਪਾਨਾ ਦੀ ਵਾੜੀ ਬਗੀਚੇ ਘਰ ਦੇ ਵਿੱਚ ਲਾਈ ਹੋਵੇ। ਖਰ ਸਾਰ ਨਾ ਜਾਣੈ। ਖਰ ਨਾਮ ਖੋਤੇ ਦਾ ਗਧੇ ਦਾ ਹੈ, ਉਹ ਤਾਂ ਨਹੀਂ ਨਾ ਉਹਦੀ ਸਾਰ ਜਾਣੇਗਾ, ਭਾਵੇਂ ਬੜੀ ਸੋਹਣੀ ਬਗੀਚੀ ਫੁੱਲਾਂ ਦੀ ਬਣਾਈ ਹੋਵੇ। ਤੇ ਜਿਹੜਾ ਗਧਾ ਹੈ ਖੋਤਾ ਹੈ ਉਹ ਤਾਂ ਨਹੀਂ ਨਾ ਉਹਦੀ ਸਾਰ ਨੂੰ ਜਾਣ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਸਤ ਸੰਗਤ ਰੂਪੀ ਬਗੀਚੀ ਭਾਵੇਂ ਘਰ ਦੇ ਵਿੱਚ ਹੋਵੇ, ਚਾਹੇ ਘਰ ਦੇ ਪਾਸ ਹੀ ਦੀਵਾਨ ਸਜਿਆ ਹੋਵੇ, ਸਤ ਸੰਗਤ ਹੋ ਰਹੀ ਹੋਵੇ, ਪਰ ਖਰ ਖੋਤੇ ਦੀ ਤਰ੍ਹਾਂ ਗਧੇ ਦੀ ਤਰ੍ਹਾਂ ਜਿਹੜਾ ਨਿਰਬੁੱਧ ਜੀਵ ਹੈ ਨਾ, ਜਿਹਨੂੰ ਗਿਆਨ ਦੀ ਪ੍ਰਾਪਤੀ ਜਿਸ ਨੇ ਨਹੀਂ ਕਰਨਾ ਕੀਤੀ, ਬਿਰਤੀ ਜੀ ਦੀ ਮਹਾਰਾਜ ਕਹਿੰਦੇ ਖਰ ਖੋਤੇ ਵਰਗੀ ਹੈ। ਉਹ ਸਤ ਸੰਗਤ ਰੂਪੀ ਬਗੀਚੀ ਤੋਂ
ਕਦੇ ਸਾਧ ਸੰਗਤ ਜੀ ਸ਼ੁਭ ਗੁਣਾ ਰੂਪੀ ਫੁੱਲ ਜਾਂ ਫਿਰ ਉਹਨਾਂ ਤੋਂ ਭਗਤੀ ਰੂਪ ਮਹਿਕ ਨਹੀਂ ਕਦੇ ਮਾਣ ਸਕਦਾ, ਕੋਈ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਨਹੀਂ ਕਰ ਸਕਦਾ। ਜਿਵੇਂ ਖੋਤੇ ਦਾ ਸੁਭਾਅ ਹੁੰਦਾ ਹੈ ਨਾ, ਬਗੀਚੇ ਵਿੱਚ ਫੁੱਲਾਂ ਨੂੰ ਖਾ ਜ਼ਰੂਰ ਲਵੇਗਾ, ਉਹਨੂੰ ਜਾਂ ਫਿਰ ਲਤਾੜ ਦਊਗਾ, ਖਰਾਬ ਕਰ ਦੇਊਗਾ, ਪਰ ਉਹਦੇ ਤੋਂ ਕੁਝ ਗੁਣ ਨਹੀਂ ਧਾਰਨ ਕਰੇਗਾ, ਉਹਦੇ ਤੋਂ ਮਹਿਕ ਨਹੀਂ ਪ੍ਰਾਪਤ ਕਰੇਗਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਾਵੇਂ ਘਰ ਦੇ ਵਿੱਚ ਵੀ ਸੰਗਤ ਜੀ ਕਈ ਵਾਰ ਮਾਤਾ ਪਿਤਾ ਵੀ ਬੜੇ ਉੱਚੇ ਸੁੱਚੇ ਜੀਵਨ ਵਾਲੇ ਹੁੰਦੇ ਆ, ਪਰ ਅੱਗੇ ਧੀਆਂ ਪੁੱਤਰ ਨਾ ਸਮਝ ਹੋਣੇ ਕਰਕੇ ਉਹਨਾਂ ਤੋਂ ਸ਼ੁਭ ਗੁਣ ਨਹੀਂ ਕਦੇ ਜ਼ਿੰਦਗੀ ਵਿੱਚ ਪ੍ਰਾਪਤ ਕਰਦੇ। ਮਾਤਾ ਪਿਤਾ ਦੀ ਜਾਂ ਪਰਿਵਾਰ ਦੀ ਜਾਂ ਸੰਬੰਧੀਆਂ ਦੀ ਜਾਂ ਮਿੱਤਰਾਂ ਦੀ ਚੰਗੀ ਸੰਗਤ ਰੂਪੀ ਬਗੀਚੀ ਭਾਵੇਂ ਉਹਨਾਂ ਦੇ ਕੋਲ ਹੀ ਹੁੰਦੀ ਹੈ, ਪਰ ਫਿਰ ਵੀ ਸਾਧ ਸੰਗਤ ਜੀਓ ਕਦੇ ਉਹਨਾਂ ਤੋਂ ਭਗਤੀ ਰੂਪ ਮਹਿਕ ਦਾ ਆਨੰਦ ਨਹੀਂ ਮਾਣਦੇ, ਨਾ ਕਦੇ ਸ਼ੁਭ ਗੁਣਾ ਰੂਪੀ ਫੁੱਲ ਜੀਵਨ ਦੇ ਵਿੱਚ ਧਾਰਨ ਕਰਦੇ ਆ। ਰਸੀਆ ਹੋਵੇ ਮੁਸਕ ਕਾ, ਪਰ ਜਿਹੜਾ ਰਸੀਆ ਰਸ ਮੰਨਣ ਵਾਲਾ ਹੋਵੇ, ਮੁਸਕ ਕਹਿੰਦੇ ਸੁਗੰਧੀ ਨੂੰ, ਮਹਿਕ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਰਸੀਆ ਹੁੰਦਾ ਨਾ, ਰਸ ਕੱਢਣ ਵਾਲਾ, ਜਿਹੜਾ ਅਰਕ ਕੱਢਦਾ ਹੈ, ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਵਿੱਚੋਂ ਰਸ ਕੱਢਣ ਵਾਲਾ ਹੋਵੇ, ਤਬ ਫੂਲ ਪਛਾਣੈ, ਤਬ ਫੂਲ ਪਛਾਣੈ, ਫਿਰ ਫੁੱਲਾਂ ਦੀ ਪਹਿਚਾਣ ਕਰ ਲੈਂਦਾ ਕਿ ਇਹ ਕਮਲ ਦਾ ਫੁੱਲ ਹੈ, ਇਹ ਗੁਲਾਬ ਦਾ ਫੁੱਲ ਹੈ, ਇਹ ਚਮੇਲੀ ਦਾ ਫੁੱਲ ਹੈ। ਫਿਰ ਉਹਨਾਂ ਦੇ ਵਿੱਚੋਂ ਅਰਕ ਕੱਢ ਕੱਢ ਕੇ ਨਾ ਸਾਧ ਸੰਗਤ ਜੀ ਉਹਦੇ ਤੋਂ ਪਰਫਿਊਮ, ਸੈਂਟ ਤਿਆਰ ਕਰਦਾ, ਇਤਰ ਆਦਿਕ ਤਿਆਰ ਕਰਦਾ, ਉਹਦੇ ਤੋਂ ਲਾਭ ਲੈ ਲੈਂਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਰਸੀਆ ਹੋਵੇ ਰਸ ਦਾ, ਜਿਹੜਾ ਰਸ ਦਾ ਮਹਾਰਾਜ ਕਹਿੰਦੇ ਰਸੀਆ ਹੋਵੇ ਨਾ, ਪਰਮੇਸ਼ਰ ਦੇ ਨਾਮ ਰੂਪੀ ਰਸ ਨੂੰ ਪਾਉਣ ਵਾਲਾ ਕੋਈ ਰਸੀਆ ਬਣ ਜਾਵੇ ਜੀਵਨ ਦੇ ਅੰਦਰ। ਇਹ ਮਨ ਵਿੱਚ ਭਾਵਨਾ ਬਣਾ ਲਵੇ ਕਿ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਕਰਨਾ ਹੈ, ਭਗਤੀ ਰੂਪ ਮਹਿਕ ਨੂੰ ਪ੍ਰਾਪਤ ਕਰਨਾ ਹੈ। ਹੋਰ ਸੰਸਾਰ ਦੇ ਵਿਸ਼ੇ ਵਾਸ਼ਨਾ ਰੂਪੀ ਦੁਰਗੰਧੀ ਨੂੰ, ਭੈੜੀ ਬਦਬੂ ਨੂੰ ਛੱਡ ਕਰਕੇ ਕੇਵਲ ਸ਼ੁਭ ਗੁਣਾ ਰੂਪੀ ਫੁੱਲਾਂ ਦੇ ਕੋਲ ਜਾ ਕੇ ਫਿਰ ਭਗਤੀ ਰੂਪ ਮਹਿਕ ਨੂੰ ਮਾਣਦਾ ਹੈ। ਮਹਾਰਾਜ ਕਹਿੰਦੇ ਜੇਕਰ ਕੋਈ ਇਦਾਂ ਦਾ ਰਸੀਆ ਹੋਵੇ ਤਾਂ ਤਬ ਫੂਲ ਪਛਾਣੈ, ਉਹ ਫਿਰ ਸ਼ੁਭ ਗੁਣਾ ਰੂਪੀ ਬਾੜੀ ਵਿੱਚ, ਸਤ ਸੰਗਤ ਰੂਪ ਬਾੜੀ ਵਿੱਚ ਆ ਕੇ ਸ਼ੁਭ ਗੁਣਾ ਦੀ ਫੁੱਲਾਂ ਦੀ ਪਹਿਚਾਣ ਕਰਦਾ। ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ ਇਤਿਆਦਿਕ ਇਹਨਾਂ ਸ਼ੁਭ ਗੁਣਾ ਰੂਪੀ ਫੁੱਲਾਂ ਧਾਰਨ ਕਰਦਾ, ਫਿਰ ਉਹਨਾਂ ਤੋਂ ਭਗਤੀ ਦੀ ਮਹਿਕ ਮਹਾਰਾਜ ਕਹਿੰਦੇ ਮਾਨਣਾ ਕਰਦਾ। ਫਿਰ ਸ਼ੁਭ ਗੁਣਾ ਕਰਕੇ ਹੀ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਕਰਦਾ। ਐਸਾ ਸ਼ੁਭ ਗੁਣਾ ਰੂਪੀ ਮਹਾਰਾਜ ਕਹਿੰਦੇ ਫੁੱਲਾਂ ਤੋਂ ਅਰਕ ਕੱਢ ਕਰਕੇ ਜੀਵਨ ਦੇ ਅੰਦਰ ਸਦਾ ਹੀ ਵਾਹਿਗੁਰੂ ਦੇ ਸਰੂਪ ਦਾ, ਭਗਤੀ ਦਾ ਆਨੰਦ ਮਾਣਦਾ ਹੈ। ਆਪਿਓ ਪੀਵੇ ਜੋ ਨਾਨਕਾ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਆਪਿਓ ਪੀਵੇ, ਪਰਮੇਸ਼ਰ ਦੇ ਨਾਮ ਰਸ ਨੂੰ ਜਿਹੜਾ ਵਡਭਾਗਾ ਪੁਰਖ ਪੀਣਾ ਕਰਦਾ। ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰਕੇ ਜਿਸ ਨੂੰ ਪਿਆਉਣਾ ਚਾਹੇ ਨਾ, ਉਹੋ ਹੀ ਵਾਹਿਗੁਰੂ ਦੇ ਪਰਮ ਰਸ ਨੂੰ ਪੀਂਦਾ। ਮਹਾਰਾਜ ਕਹਿੰਦੇ ਜਿਹੜਾ ਐਸੇ ਪਰਮ ਰਸ ਨੂੰ ਪੀ ਲੈਂਦਾ ਹੈ, ਭ੍ਰਮ ਸਮਾਵੈ, ਉਹਦਾ ਫਿਰ ਭਰਮਣਾ ਜਿਹੜਾ ਹੈ ਨਾ ਖਤਮ ਹੋ ਜਾਂਦਾ। ਭਰਮ ਦਾ ਉਹਦਾ ਭਰਮਣਾ ਜਿਹੜਾ ਖਤਮ ਹੋ ਜਾਂਦਾ। ਸਮਾਵੈ ਤੇ ਅਖੀਰ ਨੂੰ ਪਰਮਾਤਮਾ ਦੇ ਵਿੱਚ ਸਮਾਉਣਾ ਹੋ ਜਾਂਦਾ। ਭ੍ਰਮ ਸਮਾਵੈ। ਇੱਕ ਸਾਧ ਸੰਗਤ ਜੀ ਭ੍ਰਮ ਮੰਮੇ ਨੂੰ ਔਂਕੜ ਤੇ ਭ੍ਰਮ ਮੰਮੇ ਨੂੰ ਸਿਹਾਰੀ ਹੈ। ਮੰਮੇ ਨੂੰ ਸਿਹਾਰੀ ਜਿਹੜੇ ਦਾ ਵਾਚਕ ਹੈ ਬਹੁਤਾ ਬਾਰ-ਬਾਰ ਭਰਮਣਾ ਭਟਕਣਾ, ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਭਰਮਦਾ ਰਹਿੰਦਾ ਸੀ। ਭਰਮ ਦਾ ਸ਼ਿਕਾਰ ਹੋ ਕਰਕੇ, ਭਰਮ ਦਾ ਵੀ ਉਦੋਂ ਹੈ ਜਦੋਂ ਮੱਤ ਤੇ ਭਰਮ ਦਾ ਪੜਦਾ ਪਿਆ ਹੁੰਦਾ। ਭਰਮ ਦਾ ਸ਼ਿਕਾਰ ਹੋਇਆ ਜੀਵ ਹੀ ਬਾਰ-ਬਾਰ ਭਰਮਦਾ ਰਹਿੰਦਾ ਹੈ ਨਾ, ਪਤਾ ਹੀ ਨਹੀਂ ਚੱਲਦਾ, ਸੱਚ ਤੇ ਝੂਠ ਦੀ ਪਹਿਚਾਣ ਹੀ ਨਹੀਂ ਕਰ ਸਕਦਾ। ਪਰ ਮਹਾਰਾਜ ਕਹਿੰਦੇ ਹਨ ਜਦੋਂ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਲੈਂਦਾ, ਫਿਰ ਜੀਵ ਦਾ ਭਰਮਣਾ ਜਿਹੜਾ ਹੈ ਉਹ ਮਿਟ ਜਾਂਦਾ ਹੈ, ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ। ਸਹਜੇ ਸਹਜੇ ਮਿਲ ਰਹਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਹਿਜੇ ਸੋਤੇ ਸਿੱਧ ਹੀ, ਸਹਿਜੇ ਗਿਆਨ ਭਰੀ ਅਵਸਥਾ ਵਿੱਚ ਇਹ ਜੀਵ ਪ੍ਰਮਾਤਮਾ ਦੇ ਨਾਲ ਮਿਲਿਆ ਰਹਿੰਦਾ ਹੈ। ਸਹਿਜੇ ਸ਼ਾਂਤੀ ਪੂਰਵਕ, ਸਹਿਜੇ ਸੋਤੇ ਸਿੱਧ ਹੀ, ਸਹਿਜੇ ਹਿਰਦੇ ਅੰਦਰ ਗਿਆਨ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਦੇ ਨਾਲ ਮਿਲਿਆ ਹੈ। ਅਮਰਾ ਪਦ ਪਾਵੈ, ਜਿਸ ਕਰਕੇ ਜੀਵ ਫਿਰ ਅਮਰ ਪਦਵੀ ਨੂੰ ਪਾ ਲੈਂਦਾ।
ਸਹਿਜੇ ਸਹਿਜੇ ਮਿਲ ਰਹੈ। ਸੁਤੇ ਸਿੱਧੇ ਜੀਵ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਿਆ, ਜਿਸ ਕਰਕੇ ਅਮਰਾ ਪਦ ਪਾਵੇ। ਅਮਰ ਪਦਵੀ ਨੂੰ ਇਸ ਨੇ ਪ੍ਰਾਪਤ ਕਰ ਲਿਆ ਹੈ, ਜਿਹੜੀ ਜੁਗੋ ਜੁਗ ਅਟਲ ਰਹਿਣ ਵਾਲੀ ਪਰਮਾਤਮਾ ਦੇ ਸਰੂਪ ਦੇ ਉੱਪਰ ਅਮਰ ਪਦਵੀ ਹੈ, ਜਿਸ ਪਦਵੀ ਨੂੰ ਪਾ ਕੇ ਦੁਬਾਰਾ ਜਨਮ ਨਹੀਂ ਧਾਰਨ ਕਰਨਾ ਪੈਂਦਾ, ਦੁਬਾਰਾ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਨਹੀਂ ਲਟਕਣਾ ਪੈਂਦਾ। ਉਸ ਅਮਰ ਪਦਵੀ ਨੂੰ ਜੀਵ ਨੇ ਪ੍ਰਾਪਤ ਕੀਤਾ। ਸਹਿਜੇ ਸਹਿਜੇ ਮਿਲ ਰਹੈ, ਬੜੇ ਸਹਿਜ ਦੇ ਨਾਲ, ਧੀਰਜਤਾ ਨਾਲ, ਅਡੋਲ ਹੋ ਕੇ ਵਾਹਿਗੁਰੂ ਜੀ ਦੇ ਜਦੋਂ ਗੁਣ ਗਾਏ ਹੈ, ਮਹਾਰਾਜ ਕਹਿੰਦੇ ਜੀਵ ਫਿਰ ਅਮਰ ਪਦਵੀ ਨੂੰ ਪ੍ਰਾਪਤ ਹੋ ਗਿਆ। ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹ ਜੋ ਕੰਧਾਰ ਦੇ ਇਲਾਕੇ ਵੀ ਸ਼ਬਦ ਉਚਾਰਨ ਕੀਤਾ, ਜੋ ਸਿੱਖ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਸੀ ਸੰਗਤ ਜੀ, ਇਹ ਸ਼ਬਦ ਦੁਆਰਾ ਉਪਦੇਸ਼ ਦੇ ਕਰਕੇ ਮਹਾਰਾਜ ਸਾਹਿਬ ਜੀ ਨੇ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰਕੇ ਨਿਹਾਲ ਕਰ ਦਿੱਤਾ ਸੀ। ਨਾਲ ਪੁੱਛੇ ਹੋ ਜਿਹੜੇ ਸਵਾਲ ਸਾਨੂੰ ਉਹਨਾਂ ਦਾ ਜਵਾਬ ਦਿੱਤਾ। ਇਹ ਭਜਨ ਕੀਤਾ ਸੀ, ਕਹਿਣ ਲੱਗੇ ਕੇਵਲ ਸਾਡੇ ਮਿਲਾਪ ਦੀ ਲੋੜ ਸੀ, ਪੂਰਬਲੇ ਜਨਮਾਂ ਦੀ ਭਗਤੀ ਦਾ ਫਲ ਤੈਨੂੰ ਦੇਣਾ ਸੀ। ਕਿੰਨੇ ਜਨਮਾਂ ਤੋਂ ਭਗਤੀ ਕਰਦਾ ਸਾਂ, ਪਰ ਜ਼ਿੰਦਗੀ ਵਿੱਚ ਕੋਈ ਦੇਦਾਂ ਦਾ ਤੇਰੇ ਤੋਂ ਕਰਮ ਕੋਈ ਇਦਾਂ ਦੀ ਕੋਤਾਹੀ ਹੋਣੇ ਕਰਕੇ ਦੁਬਾਰਾ ਫੇਰ ਤੈਨੂੰ ਬਾਰ-ਬਾਰ ਜਨਮ ਧਾਰਨ ਕਰਨਾ ਪੈਂਦਾ ਰਿਹਾ। ਹੁਣ ਮਹਾਰਾਜ ਕਹਿੰਦੇ ਪੂਰਨ ਕੀਤੀ ਹੋਈ ਭਗਤੀ ਦਾ ਫਲ ਤੈਨੂੰ ਭੁਗਤਾਇਆ, ਸੰਸਾਰ ਦੇ ਬੰਧਨਾਂ ਤੋਂ ਤੈਨੂੰ ਆਜ਼ਾਦ ਕਰ ਦਿੱਤਾ, ਜੀਵਨ ਮੁਕਤੀ ਦਾ ਆਨੰਦ ਮਾਣ। ਇਹ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਨਿਹਾਲ ਕਰ ਦਿੱਤਾ ਸੀ। ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਓ ਮੇਲ। ਆਪਿਓ ਪੀਵੈ ਜੋ ਨਾਨਕਾ, ਭ੍ਰਮ ਭ੍ਰਮ ਸਮਾਵੈ। ਸਹਜੇ ਸਹਜੇ ਮਿਲ ਰਹੈ, ਅਮਰਾ ਪਦ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।